नानक पाद पंकज बंदन पाद पंकज बंदन सिमरो यंगद दोख निकंदन गुरु अमरदास हृदय नित त्यावा हृदय नित त्यावा गुरु रामदास गुण गावो गुरु अर्जन विघ्न के नाशक विघ्न के नाशक गुर हर गोबिंद सोब सोमत प्रकाशक श्री हर राय नमो कर जोरी नमो कर जोरी श्री हरि कृष्ण मनाए बहोरी गुरु तेग बहादुर परम कृपाला परम कृपाला गुरु गोबिंद सिंह विशाला एक ओंकार सतगुरु तिह प्रसाद सच होय वाहेगुरु जी की फतेह विघ्न विनाशन सोए वाहेगुरु जी की फतेह विघ्न विनाशन सोए। परम सन्मानयोग हाजरा हजूर जहरा जहूर वाली ये कुल आलम मुजस्माए सबद रहबर ए कुल कायनात दसा गुरुआं दे रब्बी स्वरूप ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਮੁਕੱਦਸ ਹਜ਼ੂਰੀ ਅੰਦਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੇ ਹਾਂ ਜੋ ਸੰਧਿਆ ਦੇ ਦੀਵਾਨਾਂ ਦੇ ਸਮੇਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਰਹੇ ਹਾਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੇ ਮੁਕੱਦਸ ਅਸਥਾਨ ਗੁਰਦੁਆਰਾ ਸ੍ਰੀ ਕੋਠਾ ਸਾਹਿਬ ਵਿਖੇ ਸੰਧਿਆ ਦੇ ਦੀਵਾਨਾਂ ਦੇ ਸਮੇਂ ਜੁੜ ਬੈਠੇ ਹਾਂ। ਜੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਅਪਾਰ ਮਿਹਰਾਮਤ ਸਦਕਾ ਪਿਛਲੇ ਕੁਝ ਸਮੇਂ ਤੋਂ ਹਰ ਕੀਆ ਕਥਾ ਕਹਾਣੀਆਂ
ਗੁਰਮੀਤ ਸੁਣਾਈਆ ਬਲਿਹਾਰੀ ਗੁਰ ਆਪਣੇ, ਗੁਰ ਕਾਉ ਬਲ ਜਾਈਆ ਦੇ ਹੇਮਾ ਵਾਕਾਂ ਅਨੁਸਾਰ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਬਾਬਤ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਾ ਨਾ ਧਰਤ ਲੁਕਾਈ। ਐਸੇ ਦੀਨ ਦਇਆਲ ਸਤਿਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਦੇ ਇਤਿਹਾਸ ਦੀ ਵਾਰਤਾ, ਜਿਨ੍ਹਾਂ ਦੀਆਂ 4 ਉਦਾਸੀਆਂ ਦਾ ਸਾਧ ਸੰਗਤ ਜੀ ਆਪਾਂ ਇਤਿਹਾਸ ਸਰਵਣ ਕਰ ਰਹੇ ਹਾਂ। ਚੱਲ ਰਹੇ ਇਤਿਹਾਸ ਦੀ ਲੜੀ ਦੇ ਅਨੁਸਾਰ ਕੱਲ ਗੁਰੂ ਨਾਨਕ ਦੇਵ ਜੀ ਮਹਾਰਾਜ ਅਹਿਮਦਾਬਾਦ ਦੀ ਧਰਤੀ ਨੂੰ ਜਾ ਰਹੇ ਨੇ, ਤੇ ਰਸਤੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਇੱਕ ਸੰਤਾਂ ਦੀ ਮੰਡਲੀ ਮਿਲਦੀ ਹੈ। ਪਹਿਲਾਂ ਤਾਂ ਪ੍ਰਣਾਮ ਕਰਦੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਉਹ ਸੰਤ ਕਹਿੰਦੇ ਨੇ ਕਿ ਅਸੀਂ ਤੁਹਾਡੇ ਨਾਲ ਕੁਝ ਪ੍ਰਸ਼ਨ ਉੱਤਰ ਕਰਨੇ ਚਾਹੁੰਦੇ ਹਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਦੋਂ ਸਾਧ ਸੰਗਤ ਜੀ ਉਹਨਾਂ ਸੰਤਾਂ ਨੇ ਸਵਾਲ ਜਵਾਬ ਕੀਤੇ ਨੇ, ਤੇ ਸਵਾਲ ਜਵਾਬ ਵੀ ਕੀ ਕੀਤੇ ਨੇ ਕਿ ਸੰਤ ਜੀ ਸਾਨੂੰ ਉਸ ਪਰਮਾਤਮਾ ਦਾ ਜਿਹੜਾ ਰੰਗ ਰੂਪ ਹੈ, ਉਸ ਪਰਮਾਤਮਾ ਦੀ ਜਿਹੜੀ ਹਸਤੀ ਹੈ, ਉਹਦੇ ਬਾਰੇ ਦੱਸਣਾ ਕਰੋ। ਤੇ ਸਾਧ ਸੰਗਤ ਜੀ ਲੰਮੇ ਵਿਚਾਰ ਵਟਾਂਦਰੇ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸ਼ਬਦ ਉਚਾਰਿਆ ਕਿ ਨਾਭ ਕਮਲ ਤੇ ਬ੍ਰਹਮਾ ਉਪਜੈ, ਵੇਦ ਪੜ੍ਹੇ ਮੁਖ ਚਾਰ। ਇਹ ਸਾਰੇ ਸ਼ਬਦ ਦੀ ਵਿਆਖਿਆ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਸੰਤਾਂ ਨੂੰ ਕਰਕੇ ਦੱਸ ਰਹੇ ਨੇ। ਤੇ ਸਾਧ ਸੰਗਤ ਜੀ ਜਦੋਂ ਕੱਲ ਆਪਾਂ ਵਿਆਖਿਆ ਪੜ੍ਹੀ ਹੈ, ਤੇ ਆਪਾਂ ਸਰਵਣ ਕੀਤਾ ਸੀ ਕਿ ਬ੍ਰਹਮਾ ਨੂੰ ਹੰਕਾਰ ਸੀ ਕਿ ਮੇਰੇ ਤੋਂ ਇਲਾਵਾ ਦੂਸਰਾ ਕੋਈ ਨਹੀਂ। ਤੇ ਜਦੋਂ ਸਾਧ ਸੰਗਤ ਜੀ ਕਮਲ ਦੇ ਫੁੱਲ ਨੂੰ ਦੇਖਿਆ ਏ, ਤੇ ਮਨ ਦੇ ਵਿੱਚ ਹੰਕਾਰ ਹੈ ਕਿ ਇਹ ਤਾਂ ਛੋਟੇ ਆਕਾਰ ਦਾ ਏ, ਤੇ ਮੈਂ ਆਕਾਰ ਦੇ ਵਿੱਚ ਇੰਨਾ ਵੱਡਾ ਹਾਂ, ਮੇਰਾ ਜਨਮ ਇਹਦੇ ਵਿੱਚੋਂ ਕਿਸ ਤਰ੍ਹਾਂ ਹੋ ਸਕਦਾ ਹੈ। ਹੁਣ ਉਸ ਕਮਲ ਦੀ ਪਰਖ ਲੈਣ ਲਈ ਉਸ ਬ੍ਰਹਮਾ ਨੇ ਪਹਿਲੀ ਲੱਤ ਮਾਰੀ ਹੈ, ਤੇ ਮਨ ਦੇ ਵਿੱਚ ਸੋਚਿਆ ਹੈ ਕਿ ਜੇ ਇਹ ਕਲਮ ਜਿਹੜਾ ਕਮਲ ਦਾ ਫੁੱਲ ਟੁੱਟ ਜਾਵੇਗਾ, ਫਿਰ ਮੈਂ ਇਸ 'ਤੇ ਯਕੀਨ ਨਹੀਂ ਕਰਾਂਗਾ, ਭਰੋਸਾ ਨਹੀਂ ਕਰਾਂਗਾ। ਪਰ ਜੇਕਰ ਇਹ ਕਮਲ ਦਾ ਫੁੱਲ, ਇਹਦੀ ਡੰਡੀ ਨਾ ਟੁੱਟੀ, ਤਾਂ ਮੈਂ ਇਹਦੇ ਉੱਪਰ ਵਿਸ਼ਵਾਸ ਕਰਾਂਗਾ ਕਿ ਮੇਰਾ ਜਨਮ ਇਸ ਕਮਲ ਦੇ ਫੁੱਲ ਦੇ ਵਿੱਚੋਂ ਹੋਇਆ ਹੈ। ਤੇ ਸਾਧ ਸੰਗਤ ਜੀ ਕੀ ਹੋਇਆ ਜਦੋਂ ਲੱਤ ਮਾਰੀ ਹੈ, ਤੇ ਕਵੀ ਜੀ ਲਿਖਦੇ ਨੇ ਕਿ ਜਿਵੇਂ ਖੂਹ ਦੇ ਵਿੱਚ ਕੋਈ ਰੁੜ ਰਿਹਾ ਹੋਵੇ ਤੇ ਉਹਨੂੰ ਕੋਈ ਟਿਕਾਣਾ ਨਾ ਮਿਲ ਰਿਹਾ ਹੋਵੇ, ਇਸੇ ਤਰ੍ਹਾਂ ਉਸ ਬ੍ਰਹਮਾ ਦੇ ਨਾਲ ਹੋਇਆ ਹੈ। ਹੁਣ ਜਦੋਂ ਸਾਧ ਸੰਗਤ ਜੀ ਉਹ ਫੁੱਲ ਦੇ ਵਿੱਚ ਕਹਿੰਦੇ ਡਿੱਗਾ ਹੈ, ਤੇ ਕੋਈ ਵੀ ਥਾਂ ਟਿਕਾਣਾ ਉਸ ਬ੍ਰਹਮਾ ਨੂੰ ਨਹੀਂ ਮਿਲ ਰਿਹਾ। ਇੱਥੋਂ ਤੱਕ ਕੱਲ ਦੇ ਪ੍ਰਸੰਗਾਂ ਸਾਧ ਸੰਗਤ ਜੀ ਆਪਾਂ ਸਰਵਣ ਕੀਤਾ ਸੀ। ਆਓ ਅੱਗੇ ਇਤਿਹਾਸ ਦੀ ਵਾਰਤਾ ਪ੍ਰਾਰੰਭ ਕਰਨ ਤੋਂ ਪਹਿਲਾਂ ਸੁਰਤੀਆਂ ਬਿਰਤੀਆਂ ਨੂੰ ਕਰੀਏ ਏਕਾਗਰ ਚਿੱਤ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਝੁਕਾਈਏ ਸੀਸ, ਰਸਨਾ ਨੂੰ ਕਰੀਏ ਪਵਿੱਤਰ, ਬੁਲਾਈਏ ਫਤਿਹ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੌਪਈ ਚਲਿਓ ਜਾਤ ਚਿਰ ਕਾਲ ਬਿਤਾਵਾ, ਠਹਿਰਨ ਥਾਨ ਕਹੂ ਨਹਿ ਪਾਵਾ। ਕਬ ਸਿਰ ਊਪਰ ਕਬ ਹੀ ਨੀਚੇ, ਚਲਿਓ ਜਾਤ ਤਿਸ ਨਾਲੀ ਬੀਚੇ। ਚਲਿਓ ਜਾਤ ਚਿਰ ਕਾਲ ਬਿਤਾਵਾ,
ਠਹਿਰਨ ਥਾਨ ਕਹੂ ਨਹ ਪਾਵਾ। ਤੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾ ਰਹੇ ਨੇ ਕਿ ਜਦੋਂ ਉਹ ਬ੍ਰਹਮਾ ਕਮਲ ਦੇ ਫੁੱਲ ਦੇ ਵਿੱਚ ਡਿੱਗਿਆ ਏ, ਬਹੁਤਾ ਸਮਾਂ ਬੀਤਿਆ ਉਸ ਬ੍ਰਹਮਾ ਨੂੰ ਉਸ ਫੁੱਲ ਦੇ ਵਿੱਚ ਡਿੱਗੇ ਹੋਏ ਨੂੰ। ਤੇ ਸਾਧ ਸੰਗਤ ਜੀ ਜਦੋਂ ਰੁੜ ਰਿਹਾ ਏ ਤੇ ਕਹਿੰਦੇ ਨੇ ਉਸ ਕਮਲ ਦੀ ਟਹਿਣੀ ਦੇ ਵਿੱਚ ਜਦੋਂ ਉਹ ਰੁੜ ਰਿਹਾ ਏ, ਉਸ ਬ੍ਰਹਮਾ ਨੂੰ ਕੋਈ ਵੀ ਅਸਥਾਨ ਜਿਹੜਾ ਉਹ ਨਹੀਂ ਮਿਲ ਰਿਹਾ ਠਹਿਰਨ ਲਈ। ਤੇ ਰੁੜਦਾ ਹੀ ਜਾ ਰਿਹਾ ਹੈ, ਰੁੜਦਾ ਜਾ ਰਿਹਾ। ਕਦੀ ਸਿਰ ਉੱਪਰ ਹੁੰਦਾ ਹੈ ਤੇ ਕਦੀ ਪੈਰ ਉੱਪਰ ਹੁੰਦੇ ਨੇ। ਭਾਵ ਕਿ ਜਿਹੜੀ ਸਰੀਰ ਦੀ ਦਿਸ਼ਾ ਹੈ ਉਹ ਬਾਰ-ਬਾਰ ਬਦਲਦੀ ਹੈ। ਕਦੀ ਸਿਰ ਉੱਪਰ ਆ ਜਾਂਦਾ ਹੈ ਤੇ ਕਦੀ ਜਿਹੜੇ ਉਹ ਬ੍ਰਹਮਾ ਦੇ ਪੈਰ ਨੇ ਉਹ ਉੱਪਰ ਆ ਜਾਂਦੇ ਹਨ। ਬਹਿ ਬਲ ਹੋਇ ਅਤ ਹੀ ਦੁਖ ਪਾਵਾ, ਉਬਰਨ ਕੋ ਨ ਪਾਏ ਉਪਾਵਾ। ਹੁਣ ਸਾਧ ਸੰਗਤ ਜੀ ਜਦੋਂ ਸਰੀਰ ਕਸ਼ਟ ਦੇ ਵਿੱਚ ਹੈ ਤੇ ਆਪਣਾ ਸਰੀਰ ਜਦੋਂ ਕਸ਼ਟ ਦੇ ਵਿੱਚ ਹੋਵੇ ਤੇ ਆਪਾਂ ਸਾਧ ਸੰਗਤ ਜੀ ਹੱਥ ਪੈਰ ਮਾਰਦੇ ਹਾਂ, ਮਦਦ ਦੀ ਮੰਗ ਕਰਦੇ ਹਾਂ, ਕਿਸੇ ਤੋਂ ਆਪਣੀ ਜਿਹੜੀ ਸਹਾਇਤਾ ਉਹ ਲੋੜਦੇ ਹਾਂ। ਹੁਣ ਉਹ ਜਦੋਂ ਬ੍ਰਹਮਾ ਸਾਧ ਸੰਗਤ ਜੀ ਫੁੱਲ ਦੇ ਵਿੱਚ ਡਿੱਗਾ ਏ, ਰੁੜਿਆ ਏ, ਤੇ ਜਦੋਂ ਸਰੀਰ ਦੀਆਂ ਦਿਸ਼ਾਵਾਂ ਬਾਰ-ਬਾਰ ਬਦਲ ਰਹੀਆਂ ਨੇ, ਬ੍ਰਹਮਾ ਉਸ ਦੁੱਖ ਕਾਰਨ ਹੁਣ ਵਿਆਕੁਲ ਹੋਇਆ ਏ। ਤੇ ਵਿਆਕੁਲ ਹੋ ਕੇ ਸਾਧ ਸੰਗਤ ਜੀ ਕੀ ਕੀਤਾ ਏ, ਬਹੁਤ ਜ਼ਿਆਦਾ ਦੁੱਖ ਪਾ ਰਿਹਾ ਤੇ ਉਹਨੂੰ ਕੋਈ ਵੀ ਤਰਤੀਬ ਨਹੀਂ ਸੁੱਝ ਰਹੀ। ਆਦ ਮਦ ਅੰਤ ਹਉ ਸਾਰੇ, ਪ੍ਰਥਮ ਗਰਭ ਤੇ ਬਚਨ ਉਚਾਰੇ। ਤੇ ਸਾਧ ਸੰਗਤ ਜੀ ਹਜੇ ਵੀ ਮਨ ਦਾ ਹੰਕਾਰ ਦੂਰ ਨਹੀਂ ਹੋਇਆ। ਹੰਕਾਰ ਦੇ ਵਿੱਚ ਕਹਿ ਰਿਹਾ ਏ ਕਿ ਆਦ ਵਿੱਚ ਵੀ ਮੈਂ ਹਾਂ, ਮੱਧ ਵਿੱਚ ਵੀ ਮੈਂ ਹਾਂ ਤੇ ਅੰਤ ਵਿੱਚ ਵੀ ਮੇਰੀ ਹਸਤੀ ਮੌਜੂਦ ਹੈ। ਸੋ ਸਭ ਗਰਭ ਗਇਓ ਤੇ ਉਰ ਤੇ, ਪਾਏ ਸ਼ਰਮ ਜਬ ਗਿਰਗਾ ਧੁਰ ਤੇ। ਤੇ ਜਦੋਂ ਸਾਧ ਸੰਗਤ ਜੀ ਬਹੁਤਾ ਸਮਾਂ ਬ੍ਰਹਮਾ ਨੂੰ ਉਸ ਕਮਲ ਦੇ ਫੁੱਲ ਦੇ ਵਿੱਚ ਬੀਤਿਆ ਏ, ਤੇ ਜਦੋਂ ਬਹੁਤਾ ਸਮਾਂ ਬੀਤਿਆ ਏ ਤੇ ਸਾਧ ਸੰਗਤ ਜੀ ਹੁਣ ਸਾਰਾ ਹੰਕਾਰ ਬ੍ਰਹਮਾ ਦਾ ਟੁੱਟਿਆ ਏ। ਤੇ ਜਦੋਂ ਥਕੇਵੇ ਦੇ ਕਾਰਨ ਸਾਧ ਸੰਗਤ ਜੀ ਡਿੱਗ ਗਿਆ ਏ ਨਾ, ਤੇ ਹੁਣ ਕੀ ਸੋਚ ਰਿਹਾ ਏ, ਭਇਓ ਦੁਖਾਂਤਰ ਰੋਦਨ ਕਰਹੀ, ਉਸ ਤਤ ਪ੍ਰਭ ਕੀ ਬਹੁਰ ਉਚਰਹੀ। ਅਸਲ ਗੱਲ ਸਾਧ ਸੰਗਤ ਜੀ ਹੁਣ ਪਤਾ ਲੱਗੇਗੀ ਬ੍ਰਹਮਾ ਨੂੰ। ਜਦੋਂ ਦੁੱਖ ਆਣ ਪਿਆ ਏ ਕਮਲ ਦੇ ਫੁੱਲ ਦੇ ਵਿੱਚ, ਜਦੋਂ ਕੋਈ ਵੀ ਉਪਾਅ ਬ੍ਰਹਮਾ ਨੂੰ ਨਹੀਂ ਸੁੱਝ ਰਿਹਾ ਤੇ ਦੁੱਖ ਆਣ ਹਾਜ਼ਰ ਹੋਇਆ ਹੈ, ਤੇ ਸਾਧ ਸੰਗਤ ਜੀ ਬ੍ਰਹਮਾ ਹੁਣ ਕੀ ਕਰਨ ਲੱਗਾ ਏ, ਦੁੱਖ ਦੇ ਵਿੱਚ ਉਸ ਪ੍ਰਮਾਤਮਾ ਨੂੰ ਯਾਦ ਕਰਨ ਲੱਗਾ ਏ, ਜਿਹਨੂੰ ਕਦੀ ਹੰਕਾਰ ਦੇ ਵਿੱਚ ਉਸ ਬ੍ਰਹਮਾ ਨੇ ਭੁਲਾ ਛੱਡਿਆ ਸੀ। ਪਰ ਭਗਤ ਕਬੀਰ ਜੀ ਦਾ ਬਚਨ ਹੈ ਨਾ ਕਿ ਕਾਮ ਪਰੇ ਹਰਿ ਸਿਮਰਿਐ, ਐਸਾ ਸਿਮਰੋ ਨਿਤ। ਭਗਤ ਕਬੀਰ ਜੀ ਕਹਿੰਦੇ ਜਦੋਂ ਆਪਣੇ ਤੇ ਵਿਪਤਾ ਪੈ ਆ ਜਾਂਦੀ ਹੈ, ਜਦੋਂ ਸਾਨੂੰ ਕੋਈ ਦੁੱਖ ਸਤਾਉਂਦਾ ਏ, ਤਾਂ ਆਪਾਂ ਆਪਣੇ ਦੁੱਖ ਦੀ ਨਿਵਰਤੀ ਲਈ ਕੀ ਕਰਦੇ ਹਾਂ, ਫਿਰ ਫਟਾਫਟ ਉਸ ਪਰਮਾਤਮਾ ਨੂੰ ਸਿਮਰਦੇ ਹਾਂ ਕਿ ਸਾਡਾ ਦੁੱਖ ਪਰਮਾਤਮਾ ਦੂਰ ਕਰ। ਪਰ ਭਗਤ ਕਬੀਰ ਜੀ ਕਹਿੰਦੇ ਨੇ ਐਸਾ ਸਿਮਰੋ ਨਿਤ। ਤੇ ਕਿਉਂ ਨਾ ਜਦੋਂ ਦੁੱਖ ਪੈਂਦਾ ਉਦੋਂ ਸਿਮਰਦੇ ਹੋ, ਉਦੋਂ ਸਿਮਰਨ ਦਾ ਕੋਈ ਜ਼ਿਆਦਾ ਫਾਇਦਾ ਨਹੀਂ। ਜੇਕਰ ਫਾਇਦਾ ਲੈਣਾ ਹੈ ਤੇ ਇਸ ਤਰ੍ਹਾਂ ਦਾ ਪ੍ਰਮਾਤਮਾ ਰੋਜ਼ਾਨਾ ਸਿਮਰਨਾ ਕਰੋ। ਤੇ ਬਖਸ਼ਿਸ਼ ਕੀ ਹੁੰਦੀ ਹੈ, ਹਮਰਾ ਪੁਰ ਬਾਸਾ ਕਰੋ ਗਈ ਬਹੌਰੇ ਬਿੱਤ। ਤੇ ਸਾਧ ਸੰਗਤ ਜੀ ਐਸੀ ਬਖਸ਼ਿਸ਼ ਭਗਤ ਕਬੀਰ ਜੀ ਕਹਿੰਦੇ ਮਿਲਦੀ ਹੈ। ਹੁਣ ਇਸੇ ਤਰ੍ਹਾਂ ਜਦੋਂ ਬ੍ਰਹਮਾ ਨੂੰ ਸਾਧ ਸੰਗਤ ਜੀ ਕੋਈ ਵੀ ਉਪਾਅ ਨਹੀਂ ਸੁੱਝ ਰਿਹਾ, ਦੁੱਖ ਦੀ ਘੜੀ ਆਣ ਪਈ ਹੈ, ਤੇ ਹੁਣ ਉਸ ਪਰਮਾਤਮਾ ਨੂੰ ਮਨ ਦੇ ਵਿੱਚ ਸਿਮਰਨ ਲੱਗਾ।
नमो नमो अविनाशी स्वामी, रूप न रेख न अंतर जामी। ते साध संगत जी आपां पढ़ते हैं ना सुखमणी साहिब दे विच, रूप न रेख न रंग किश, त्रेह गुण ते प्रभ भिन्न, तिस है बुझाए नानका, जिस होवै सो प्रसन्न। ते सासंग दी जाप साहिब दे विच भी आपां रोजाना पढ़ते हैं, चक्र चिन्ह अर वर्ण जात, अर पात नहन जेह रूप रंग अर रेख, भेख को कह न सकत के। ते साध संगत जी परमात्मा दी हस्ती बारे आपां एक होर शब्द पढ़दे हो, किहड़ा है? आगम अगाध पार ब्रह्म सोए, जो जो कहे सो मुक्ता होए। इस तरह हुण साध संगत जी ब्रह्मा की है जदों तकलीफ दे विच पिया होया है ते नमो नमो करदा होया की कह रहा है कि हे अविनाश तो रहत परमात्मा, तेनू नमस्कार है क्योंकि तू आकार तो रहत है। पार ब्रह्म परमेश्वर करता, गंजन सगर्भ सकल दुख हरता। ते हुण साध संगत जी परमात्मा दी हस्ती बारे जान गया है ते कहन लगा कि हे परमात्मा तू अगाध बोध है, तेरी सीमा नू कोई भी नहीं पा सकता, तू सारियां दे अंदर दी जाननहार है ते सारे जिहड़े संसारी पुरष ने उन्हां दे दुख दूर करन वाला है। श्री अकाल पिख दीन दयाला, काड नाल ते ले तत्काला। ते जदों साध संगत जी उस परमात्मा दी मूरत बारे ध्यान चित आया है ते पहला हंकार दे विच जेड़े कमल दी डंडी दे विच तुर फिर रहा सी ना, शरीर दियां दशावां बार बार बदल लईआं सन। हुण की है? तत छिंद दे विच ऐसी परमात्मा दी किरपा हुई है कि साध संगत जी जिहड़ी दुख दी घड़ी सी ना, जदों उस परमात्मा नूं सिमरिया है, नमो नमो कीता है, परमात्मा ते विश्वास कीता है, ऐसी परमात्मा दी अजमत वापरी है कि साध संगत जी जिहड़ा ब्रह्मा वो कमल दी डंडी दे विच तुर फिर रहा है, जिन्हों कोई टिकाणा नहीं मिल रहा। साध संगत जी कवि जी लिखते ने कि वो ब्रह्मा तत छिण दे विच ही उस फुल दे विचों बाहर आ गया है। ताम गुबार ते बाहर आयो, बैठ कमल पर बहु सुख पायो। हुण जिहड़े अंधकार दे विच ब्रह्मा तुरिया फिरदा सी, जिहड़े हनेरे दे विच ओ गता गत सी, हुण साध संगत जी उस हनेरे दे विचों परमात्मा ने उस नूं बाहर कढ दिता है ते ऐसी किरपा हुई है जेड़े कमल दे विच ओ साध संगत जी तुरदा फिरदा सी ना, हुण उसे ही कमल ते आन करके साध संगत जी अपना आसन कीता है। कारण प्रशंसा लगे बहोरी, बंद है बार बार कर जोरी। वार वार उस परमात्मा की उस्तत करी जा रहा है ते उस्तत भी साध संगत जी किवें कर रहा है कि दोवें हाथ जोड़े ने ते उच्ची उच्ची उस परमात्मा दे भजन गायन कर रहा है। आगम गोचर अलख अनंता, अच्युत अभय श्री भगवंता। ते की कह रहा है? कहंदा आगम भाव कि हे परमात्मा तुसी अपहुंच तो रह तो, अलख भाव के तुहाडी हस्ती है जिहड़ी उहनूं लखिया नहीं जा सकता, भाव के जानिया नहीं जा सकता। अनंता भाव के तुहाडा कोई अंत नहीं। ते साध संगत जी इस तरह की है कहन लगा अव्य भाव के वो परमात्मा जिहड़ा अविनाशी है, क्योंकि आपां पढ़ते हैं ना अविनाशी जीवन को दाता, सिमरता सब मल खोई।
ਹੁਣ ਇਸੇ ਤਰ੍ਹਾਂ ਬ੍ਰਹਮਾ ਕਹਿ ਰਿਹਾ ਕਿ ਉਹ ਪ੍ਰਮਾਤਮਾ ਅਪਹੁੰਚ ਤੋਂ ਰਹਿਤ ਹੈ, ਅਗੋਚਰ ਹੈ, ਅਲੱਖ ਹੈ, ਅਗੰਮ ਹੈ, ਅਬਨਾਸ਼ੀ ਹੈ। ਸਤ ਅਰੂਪ ਅਨੂਪ ਅਲੇਖਾ, ਨਿत्य ਅਪੂਤ ਅਛੂਤ ਅਪੇਖਾ। ਤੇ ਕਹਿਣ ਲੱਗਾ ਕਿ ਇਹ ਪ੍ਰਮਾਤਮਾ ਤੁਸੀਂ ਰੂਪ ਤੋਂ ਰਹਿਤ ਹੋ, ਰੰਗ ਤੋਂ ਰਹਿਤ ਹੋ, ਆਕਾਰ ਤੋਂ ਰਹਿਤ ਹੋ, ਤੇ ਬੇਮਿਸਾਲ ਹੋ, ਤੇ ਬਿਨਾਂ ਕਿਸੇ ਕੀਏ ਕਾਰਨ ਤੋਂ ਲੇਖੇ ਵਿੱਚ ਆਉਣ ਵਾਲੇ ਹੋ। ਨੇਤ ਨੇਤ ਨਿਤ ਅਪਰ ਅਪਾਰਾ, ਸਹੰਸਰ ਨਾਮ ਅਸ ਬਦਨ ਉਚਾਰਾ। ਹੁਣ ਪ੍ਰਭੂ ਦੀ ਉਸਤਤ ਦੇ ਵਿੱਚ ਉਸ ਬ੍ਰਹਮਾ ਨੇ ਸਾਧ ਸੰਗਤ ਜੀ ਅਨੇਕਾਂ ਨਾਮ ਉਸ ਪਰਮਾਤਮਾ ਦੇ ਉਚਾਰਨ ਕਰਨੇ ਕੀਤੇ ਹਨ। ਤੇਹ ਛਿਨ ਨਭ ਬਾਨੀ ਪੁਨ ਹੋਏ, ਮੇਘ ਗਰਜ ਮਧੁਰੀ ਜਿਉ ਸੋਏ। ਹੁਣ ਸਾਧ ਸੰਗਤ ਜੀ ਐਸੀ ਕਰਾਮਾਤ ਵਾਪਰੀ ਹੈ ਕਿ ਉਸ ਬ੍ਰਹਮਾ ਨੂੰ ਕਮਲ ਦੇ ਫੁੱਲ ਉੱਪਰ ਬੈਠੇ ਹੋਏ ਆਕਾਸ਼ ਦੇ ਵਿੱਚੋਂ ਇੱਕ ਮਿੱਠੀ ਆਵਾਜ਼ ਜਿਹੜੀ ਉਹ ਸੁਣਾਈ ਦਿੱਤੀ ਹੈ। ਦੋਹਰਾ ਤਪ ਕਰ ਤਪ ਕਰ ਤਪ ਕਰਹੁ, ਕਹਿਓ ਬਾਰ ਇਉ ਤੀਨਾ। ਹੁਣ ਸਾਧ ਸੰਗਤ ਜੀ ਉਸ ਆਕਾਸ਼ ਦੇ ਵਿੱਚੋਂ ਆਵਾਜ਼ ਕੀ ਆਈ ਹੈ? ਉਸ ਆਕਾਸ਼ ਨੇ 3 ਵਾਰੀ ਸਾਧ ਸੰਗਤ ਜੀ ਇਹ ਗੱਲ ਕਹਿਣੀ ਕੀਤੀ। ਗੱਲ ਕੀ ਕਹੀ ਹੈ ਕਿ ਤਪ ਕਰੋ, ਤਪ ਕਰੋ, ਤਪ ਕਰੋ। ਤੁਹਾਡੇ ਵਿੱਚ ਜਗਤ ਦੀ ਕੀ ਹੈ? ਰਚਨਾ ਕਰਨ ਦੀ ਸ਼ਕਤੀ ਹੈ। ਚਾਉ ਪਈ ਬੈਠ ਕੀਓ ਤਬ ਤਪ ਵਿੱਚ ਰਾਲਾ, ਪਾਈ ਸ਼ਕਤ ਜਗ ਰਚਿਓ ਵਿਸ਼ਾਲਾ। ਤੇ ਕਵੀ ਜੀ ਲਿਖਦੇ ਨੇ ਕਿ ਉਸ ਆਕਾਸ਼ਬਾਣੀ ਦੇ ਵਚਨ ਮੰਨ ਕੇ ਬ੍ਰਹਮਾ ਜੀ ਕੀ ਹੈ ਕਮਲ ਦੇ ਫੁੱਲ ਦੇ ਉੱਪਰ ਬੈਠ ਕੇ ਤਪੱਸਿਆ ਕਰਨ ਲੱਗੇ ਨੇ। ਤੇ ਸ਼ਕਤੀ ਪ੍ਰਾਪਤ ਕਰਕੇ ਤੇ ਬ੍ਰਹਮਾ ਜੀ ਨੇ ਕੀ ਕੀਤਾ ਹੈ? ਵੱਡੇ ਸੰਸਾਰ ਦੀ ਉਹ ਰਚਨਾ ਕੀਤੀ ਹੈ। ਸ਼੍ਰੀ ਗੁਰ ਕਹਾ ਸੁਨੋ ਹਰ ਸੰਤ, ਇਸ ਬਿਦ ਕੇ ਸ਼੍ਰੀ ਕਮਲਾ ਕੰਤ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਕਿ ਸੰਤੋ ਸੁਣਨਾ ਕਰੋ, ਇਹ ਪ੍ਰਮਾਤਮਾ ਇਸ ਤਰ੍ਹਾਂ ਦਾ ਏ। ਜਿਵੇਂ ਬ੍ਰਹਮਾ ਨੂੰ ਪਹਿਲਾਂ ਗਿਆਨ ਨਹੀਂ ਸੀ ਨਾ ਉਸ ਪ੍ਰਮਾਤਮਾ ਦੀ ਹਸਤੀ ਦਾ, ਆਪਣੇ ਆਪ ਦੇ ਵਿੱਚ ਹਉਮੈ ਸੀ, ਹੰਕਾਰ ਸੀ ਬ੍ਰਹਮਾ ਦੇ ਮਨ ਦੇ ਵਿੱਚ। ਪਰ ਪ੍ਰਮਾਤਮਾ ਨੇ ਐਸੀ ਕਿਰਪਾ ਕੀਤੀ ਕਿ ਸਾਧ ਸੰਗਤ ਜੀ ਤਤ ਛਿਣ ਦੇ ਵਿੱਚ ਉਸ ਪ੍ਰਮਾਤਮਾ ਦੀ ਹਸਤੀ ਦਾ ਗਿਆਨ ਕਰਵਾ ਦਿੱਤਾ। ਤੇ ਪ੍ਰਮਾਤਮਾ ਦੇ ਨਾਮ ਨੂੰ ਸਿਮਰਦਿਆਂ ਸਾਰੀ ਉਸ ਬ੍ਰਹਮਾ ਜਿਹੜਾ ਹੈ ਉਹ ਕਮਲ ਦੇ ਫੁੱਲ ਦੇ ਵਿੱਚੋਂ ਬਾਹਰ ਆਇਆ। ਹੁਣ ਇਸੇ ਤਰ੍ਹਾਂ ਦੱਸ ਰਹੇ ਨੇ ਕਿ ਸੰਤੋ ਇਹ ਹੈ ਪ੍ਰਮਾਤਮਾ ਦੀ ਜਿਹੜੀ ਹਸਤੀ। ਦੋਹਰਾ ਜਿਹ ਕੋ ਅੰਤ ਨ ਜਾਣਿਓ, ਰਹਿਓ ਬੇਦਾਤਾ ਦੇਖਾ। ਤੇ ਉਸ ਪ੍ਰਭੂ ਦਾ ਕੋਈ ਵੀ ਅੰਤ ਨਹੀਂ ਪਾ ਸਕਦਾ, ਉਸ ਪਰਮਾਤਮਾ ਦਾ ਕੋਈ ਅੰਤ ਨਹੀਂ ਜਿਹਨੂੰ ਬ੍ਰਹਮਾ ਲੱਭਦਾ ਫਿਰਦਾ ਸੀ, ਭਾਵ ਕਿ ਜਿਹਦੀ ਬ੍ਰਹਮਾ ਭਾਲ ਕਰਦਾ ਫਿਰਦਾ ਸੀ। ਹਮ ਕਾਲ ਜੁਗ ਕੇ ਮਨੁਜ ਕਿਆ, ਲਖ ਸਕਈ ਜੋ ਅਲੇਖਾ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ, ਕਹਿੰਦੇ ਨੇ ਕਿ ਅਸੀਂ ਤਾਂ ਕਲ ਯੁਗੀ ਜੀਵ ਹਾਂ, ਕਲ ਯੁਗ ਦੀ ਅਧੀਨਤਾ ਦੇ ਅਧੀਨ ਹਾਂ। ਸਾਡਾ ਕੋਈ ਜ਼ੋਰ ਨਹੀਂ, ਸਾਡੀ ਇੰਨੀ ਬੁੱਧੀ ਨਹੀਂ ਕਿ ਅਸੀਂ ਆਪਣੀ ਬੁੱਧੀ ਦੇ ਅਨੁਸਾਰ ਉਸ ਪਰਮਾਤਮਾ ਦੀ ਹਸਤੀ ਨੂੰ ਜਾਣ ਸਕੀਏ। ਚਾਉ ਪਈ ਤੇਹ ਕੇ ਸੰਗ ਲਗੇ ਮਮ ਪ੍ਰੀਤੀ, ਉਰ ਮੈਂ ਬਸਿਓ ਨਿਰੰਤਰ ਨੀਤੀ। ਹੁਣ ਕਹਿਣ ਲੱਗੇ ਨੇ ਕਿ ਉਸ ਪਰਮਾਤਮਾ ਨੇ ਜੇਕਰ ਕਿਰਪਾ ਕੀਤੀ ਹੈ ਮੇਰੇ ਤੇ,
ਤਾਂ ਹੀ ਉਸ ਪਰਮਾਤਮਾ ਦੀ ਜਿਹੜੀ ਪ੍ਰੀਤ ਹੈ ਮੇਰੇ ਮਨ ਦੇ ਵਿੱਚ ਲੱਗੀ ਹੈ ਤੇ ਹਿਰਦੇ ਦੇ ਵਿੱਚ ਨਿਰੰਤਰ ਉਸ ਪਰਮਾਤਮਾ ਦਾ ਜਿਹੜਾ ਨਾਮ ਹੈ ਮੇਰੇ ਹਿਰਦੇ ਦੇ ਵਿੱਚ ਵਸ ਰਿਹਾ ਹੈ। ਕਰ ਹੈ ਸੇਵ ਜੇ ਸ਼ਿਵ ਸਨਕਾਦਿਕ ਨੇਤ ਨੇਤ ਨਿਤ ਕੈ ਬ੍ਰਹਮਾਦਿਕ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਕਿ ਬ੍ਰਹਮਾ ਦੇ 4 ਪੁੱਤਰ ਹੋਏ, ਸਨਕ, ਸਨੰਦ, ਮਹੇਸ਼ ਤੇ ਸਮਾਨ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਕਿ ਇਹਨਾਂ 4 ਪੁੱਤਰਾਂ ਨੇ ਉਸ ਪਰਮਾਤਮਾ ਦੀ ਹਸਤੀ ਨੂੰ ਕੀ ਹੈ ਸਿਮਰਨਾ ਕੀਤਾ ਹੈ, ਭਾਵ ਕੇ ਮਨ ਦੇ ਵਿੱਚ ਚਿਤਾਰਨਾ ਕੀਤਾ ਹੈ। ਉਹਨਾਂ ਨੇ ਵੀ ਉਸ ਪਰਮਾਤਮਾ ਦੀ ਸ਼ਕਤੀ ਨੂੰ ਜਾਣਿਆ ਹੈ। ਪ੍ਰਾਨ ਆਧਾਰ ਸੋ ਕੀ ਮਨ ਮਾਈ ਅਸ਼ਟ ਪਹਿਰ ਮੈਂ ਬਿਸਰਤ ਨਾਈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਕਿ ਉਹ ਪਰਮਾਤਮਾ ਜੋ ਸਾਡੇ ਪ੍ਰਾਣਾਂ ਦਾ ਮਾਲਕ ਹੈ, ਜਿਹਦੇ ਆਧਾਰ ਤੇ ਇਹ ਸਾਡੇ ਜਿਹੜੇ ਪ੍ਰਾਣ ਉਹ ਚੱਲ ਰਹੇ ਨੇ। ਗੁਰੂ ਸਾਧ ਸੰਗਤ ਜੀ ਬਹੁਤ ਵੱਡੀ ਉਦਾਹਰਣ ਸਾਨੂੰ ਸਮਝਾ ਰਿਹਾ। ਆਪਾਂ ਬਚਨ ਪੜ੍ਹਦੇ ਹਾਂ, ਕਾਠ ਕੀ ਪੁੱਤਰੀ ਕਹਾ ਕਰੇ ਬਪੁਰੀ ਖਿਲਾਵਣ ਹਾਰੋ ਜਾਣੈ। ਕਾਠ ਦਾ ਅਰਥ ਸਾਧ ਸੰਗਤ ਜੀ ਹੁੰਦਾ ਹੈ ਲੱਕੜ। ਕਹਿੰਦੇ ਲੱਕੜ ਦੀ ਬਣਾਈ ਹੋਈ ਜਿਹੜੀ ਕਾਠ ਪੁਤਲੀ ਹੈ, ਕਹਾ ਕਰੇ ਬਪੁਰੀ, ਉਹ ਵਿਚਾਰੀ ਕੀ ਕਰ ਸਕਦੀ ਹੈ, ਕਿਉਂਕਿ ਖਿਲਾਵਣ ਹਾਰੋ ਜਾਣੇ। ਜਿਹੜਾ ਬਾਜੀਗਰ ਜਿਹਦੇ ਹੱਥ ਦੇ ਵਿੱਚ ਉਹਨਾਂ ਕਾਠ ਪੁਤਲੀਆਂ ਦੀ ਡੋਰ ਹੈ, ਉਹੀ ਉਹਨਾਂ ਕਾਠ ਪੁਤਲੀਆਂ ਨੂੰ ਆਪਣੀ ਰਜ਼ਾ ਦੇ ਅਨੁਸਾਰ ਚਲਾ ਸਕਦਾ ਹੈ। ਉਹਨਾਂ ਕਾਠ ਪੁਤਲੀਆਂ ਦਾ ਖੇਲ ਆਪਣੀ ਰਜ਼ਾ ਦੇ ਅਨੁਸਾਰ ਡੋਰੀਆਂ ਨੂੰ ਫੜ ਕੇ ਕਰਕੇ ਸਾਧ ਸੰਗਤ ਜੀ ਦਿਖਾ ਸਕਦਾ ਹੈ। ਇਸੇ ਤਰ੍ਹਾਂ ਅਸੀਂ ਵੀ ਉਸ ਪਰਮਾਤਮਾ ਦੀਆਂ ਕਾਠ ਪੁਤਲੀਆਂ ਹਾਂ। ਜਿੰਨਾ ਚਿਰ ਉਸ ਪਰਮਾਤਮਾ ਨੇ ਸਾਧ ਸੰਗਤ ਜੀ ਆਪਣੀ ਕਾਠ ਪੁਤਲੀਆਂ ਦੀ ਡੋਰੀ ਆਪਣੇ ਹੱਥ ਦੇ ਵਿੱਚ ਫੜੀ ਹੈ, ਸਵਾਸਾਂ ਰੂਪੀ ਡੋਰੀ ਜਿੰਨਾ ਚਿਰ ਉਸ ਪਰਮਾਤਮਾ ਦੇ ਹੱਥ ਵਿੱਚ ਹੈ, ਉਹਨਾਂ ਚਿਰ ਸਾਡੇ ਵੀ ਪ੍ਰਾਣ ਇਸ ਸਰੀਰ ਦੇ ਵਿੱਚ ਨੇ। ਜਦੋਂ ਸਾਧ ਸੰਗਤ ਜੀ ਉਹ ਡੋਰੀ ਛੁੱਟ ਜਾਂਦੀ ਹੈ, ਉਦੋਂ ਸਾਡੀ ਜਿਹੜੀ ਮੌਤ ਉਹ ਹੋ ਜਾਂਦੀ। ਇਸੇ ਤਰ੍ਹਾਂ ਹੁਣ ਕੀ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾ ਰਹੇ ਨੇ ਉਹਨਾਂ ਸੰਤਾਂ ਨੂੰ ਕਿ ਉਹ ਜਿਹੜਾ ਈਸ਼ਵਰ ਹੈ, ਉਹ ਪ੍ਰਮਾਤਮਾ ਹੈ, ਸਾਡੇ ਪ੍ਰਾਣਾਂ ਦਾ ਮਾਲਕ ਹੈ। ਤੇ 8 ਪੈਰ ਜਿਹੜੀ ਉਸ ਪਰਮਾਤਮਾ ਦੀ ਮੂਰਤ ਹੈ, ਇਹਨਾਂ ਪ੍ਰਾਣਾਂ ਕਰਕੇ ਹੀ ਮੇਰੇ ਮਨ ਦੇ ਵਿੱਚ ਵਸਦੀ ਹੈ। ਸੁਨਤ ਸੰਤ ਚਿਤ ਬਹੁ ਹਰ ਖਾਨੇ ਧੰਨ ਧੰਨ ਪੁਨ ਧੰਨ ਬਖਾਨੇ। ਇਸ ਤਰ੍ਹਾਂ ਦੇ ਬਚਨ ਜਦੋਂ ਉਹਨਾਂ ਸੰਤਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸੁਣੇ ਨੇ, ਤੇ ਸਾਧ ਸੰਗਤ ਦੀ ਸੰਤ ਚਰਣੀ ਪਏ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ, ਤੇ ਕਹਿਣ ਲੱਗੇ ਨੇ ਕਿ ਸੰਤ ਜੀ ਧੰਨ ਹੋ, ਤੁਸੀਂ ਧੰਨ ਹੋ। ਮੁਕਤ ਦਾਨ ਦਾ ਬਚਨ ਤੁਮਾਰੇ ਏਕ ਸੰਸਾਰ ਔਰ ਹਮਾਰੇ। ਹੁਣ ਕਹਿਣ ਲੱਗੇ ਨੇ ਤੁਹਾਡੇ ਬਚਨ ਤਾਂ ਮੁਕਤੀ ਦੇਣ ਵਾਲੇ ਨੇ, ਪਰ ਤੁਹਾਡੇ ਮਨ ਦੇ ਵਿੱਚ ਇੱਕ ਹੋਰ ਸ਼ੰਕਾ ਹੈ। ਜੇਕਰ ਤੁਸੀਂ ਸਾਡੀ ਉਹ ਸ਼ੰਕਾ ਨਿਵਰਤ ਕਰਨੀ ਕਰੋਗੇ, ਕੌਣ ਵਸਤ ਇਹ ਲੋਚਣ ਆਹੀ ਦੇਖ ਕੌਣ ਰਹਿਤ ਇਨ ਮਾਈ। ਤੇ ਕਹਿਣ ਲੱਗੇ ਨੇ ਇਹ ਜਿਹੜੀਆਂ ਅੱਖਾਂ ਨੇ ਇਹ ਕਿਸ ਤਰ੍ਹਾਂ ਦੀ ਅਵਸਥਾ ਹੈ, ਭਾਵ ਕਿ ਕਿਸ ਤਰ੍ਹਾਂ ਦੀਆਂ ਹਨ, ਤੇ ਇਹਨਾਂ ਵਿੱਚੋਂ ਕੌਣ ਦੇਖ ਸਕਦਾ ਏ। ਕਿਸ ਪ੍ਰਕਾਰ ਜੋ ਸਰਬ ਪਸਾਰਾ ਦੇਖ ਲਹਿ ਜੋ ਕਹੋ ਵਿਚਾਰਾ। ਤੇ ਕਹਿਣ ਲੱਗੇ ਨੇ ਇਹ ਜਿਹੜਾ ਸੰਸਾਰ ਹੈ, ਇਹ ਸਾਰਾ ਜਿਹੜਾ ਪਸਾਰਾ ਹੈ ਕਿਸ ਤਰ੍ਹਾਂ ਦਾ ਏ, ਇਸ ਨੂੰ ਜਿਹੜਾ ਦੇਖਿਆ ਏ
ਇਹਦੇ ਬਾਰੇ ਥੋੜੀ ਜੀ ਸਾਨੂੰ ਵਿਚਾਰ ਕਰਕੇ ਦੱਸੋ। ਪਰ ਸਾਧ ਸੰਗਤ ਜੀ ਜ਼ਿਕਰ ਜੋ ਗੱਲ ਹੈ ਉਹ ਪ੍ਰਮਾਤਮਾ ਘਟ ਘਟ ਦੇ ਵਿੱਚ ਵਸਦਾ ਏ। ਗੱਲ ਹੈ ਮਹਿਸੂਸ ਕਰਨ ਦੀ, ਕਿਉਂਕਿ ਪਾਤੀ ਤੋਰੈ ਮਾਲਣੀ ਪਾਤੀ ਪਾਤੀ ਜੀਓ, ਜਿਸ ਪਾਹਣ ਕੋ ਪਾਤੀ ਤੋਰੇ ਸੋ ਪਾਹਨ ਜੀਓ। ਸਾਧ ਸੰਗਤ ਜੀ ਜਿਹੜੇ ਪੱਤੇ ਨੂੰ ਆਪਾਂ ਤੋੜਦੇ ਆ ਨਾ, ਉਹਦੇ ਵਿੱਚ ਵੀ ਜੀਵਨ ਹੈ, ਉਹਦੇ ਵਿੱਚ ਵੀ ਜਾਨ ਹੈ। ਆਪਾਂ ਮਹਿਸੂਸ ਕੀਤਾ ਹੈ ਕਦੀ? ਸਾਧ ਸੰਗਤ ਜੀ ਜਿੰਨਾ ਚਿਰ ਉਹ ਟਾਹਣੀ ਦੇ ਨਾਲ ਜੁੜੀ ਹੈ ਉਹਨਾਂ ਚਿਰ ਤੇ ਉਹ ਸਾਧ ਸੰਗਤ ਜੀ ਹਰੀ ਭਰੀ ਰਹੇਗੀ। ਪਰ ਜਦੋਂ ਹੀ ਆਪਾਂ ਉਸ ਪੱਤੇ ਨੂੰ ਤੋੜਦੇ ਹਾਂ ਤੇ ਸਾਧ ਸੰਗਤ ਜੀ ਉਹ ਮੁਰਝਾ ਜਾਂਦਾ ਹੈ ਨਾ ਪੱਤਾ। ਜਿੰਨਾ ਚਿਰ ਉਹ ਟਾਹਣੀ ਦੇ ਨਾਲ ਜੁੜਿਆ ਸੀ ਉਹਦੇ ਪ੍ਰਾਣ ਜਿਹੜੇ ਚਾਲੂ ਸੀ, ਪਰ ਜਦੋਂ ਹੀ ਸਾਧ ਸੰਗਤ ਜੀ ਆਪਾਂ ਉਹਨੂੰ ਉਸ ਦਰਖਤ ਦੇ ਨਾਲੋਂ ਤੋੜਿਆ ਉਹਦੇ ਸਵਾਸ ਮੁੱਕ ਗਏ। ਗੱਲ ਮੰਨਣ ਦੀ ਹੈ। ਤੇ ਜੇਕਰ ਆਪਣੀ ਸਾਧ ਸੰਗਤ ਜੀ ਉੱਲੂ ਵਰਗੀ ਬਿਰਤੀ ਹੈ ਜਾਂ ਉੱਲੂ ਵਰਗੀ ਨਿਗਾਹ ਹੈ ਨਾ, ਤੇ ਆਪਾਂ ਉਸ ਪਰਮਾਤਮਾ ਨੂੰ ਨਹੀਂ ਤੱਕ ਸਕਦੇ। ਕਿਉਂਕਿ ਸੂਰਜ ਹੈ ਨਾ ਸਭ ਤੋਂ ਵੱਡੀ ਉਦਾਹਰਣ। ਸੂਰਜ ਸਾਨੂੰ ਸਾਰਿਆਂ ਨੂੰ ਪ੍ਰਕਾਸ਼ ਦੇ ਰਿਹਾ ਹੈ, ਸਾਰਿਆਂ ਨੂੰ ਰੋਸ਼ਨੀ ਦੇ ਰਿਹਾ ਹੈ, ਇਹ ਪ੍ਰਤੱਖ ਹੈ। ਤੇ ਸਾਧ ਸੰਗਤ ਜੀ ਆਪਾਂ ਨੂੰ ਪਤਾ ਵੀ ਹੈ, ਪਰ ਇਹ ਕੁੱਲੂ ਹੈ ਜਿਹੜਾ ਨਾ, ਉਹ ਇਹ ਸੂਰਜ ਦੀ ਰੋਸ਼ਨੀ ਦਾ ਆਨੰਦ ਨਹੀਂ ਮਾਣ ਸਕਦਾ। ਉਹਦੇ ਲਈ ਰਾਤ ਹੀ ਸਭ ਕੁਝ ਹੈ, ਹਨੇਰਾ ਹੀ ਸਭ ਕੁਝ ਹੈ। ਤੇ ਜਿਹੜੇ ਮਨੁੱਖ ਦੀ ਸਾਧ ਸੰਗਤ ਜੀ ਬਿਰਤੀ ਉੱਲੂ ਵਰਗੀ ਹੈ, ਨਿਗਾਹ ਉੱਲੂ ਵਰਗੀ ਹੈ, ਉਹ ਪ੍ਰਮਾਤਮਾ ਦੀ ਹਸਤੀ ਨੂੰ ਕੀ ਹੈ ਮਹਿਸੂਸ ਨਹੀਂ ਕਰ ਸਕਦਾ। ਉਸ ਮਨੁੱਖ ਲਈ ਹਨੇਰਾ ਹੀ ਸਭ ਕੁਝ ਹੈ, ਕਾਲ ਹੀ ਸਭ ਕੁਝ ਹੈ। ਪਰ ਸਾਧ ਸੰਗਤ ਜੀ ਜੇਕਰ ਆਪਾਂ ਸੰਤਾਂ ਵਾਲੀ ਬਿਰਤੀ ਰੱਖਾਂਗੇ ਤਾਂ ਸਾਨੂੰ ਜਰੇ ਜਰੇ ਦੇ ਵਿੱਚ ਉਸ ਪਰਮਾਤਮਾ ਦੀ ਹਸਤੀ ਨਜ਼ਰ ਆਵੇਗੀ। ਪਰ ਗੱਲ ਹੈ ਮਹਿਸੂਸ ਕਰਨ ਦੀ। ਸਾਧ ਸੰਗਤ ਜੀ ਜਿਵੇਂ ਆਪਾਂ ਆਪਣੇ ਸਰੀਰ 'ਤੇ ਕੋਈ ਸੱਟ ਲੱਗੀ ਹੋਵੇ ਤੇ ਆਪਾਂ ਤੁਰੰਤ ਇਲਾਜ ਲਈ ਦੌੜਦੇ ਹਾਂ ਨਾ, ਕਿਉਂਕਿ ਸਾਨੂੰ ਪਤਾ ਹੈ, ਅਸੀਂ ਮਹਿਸੂਸ ਕਰਦੇ ਹਾਂ ਕਿ ਸਾਨੂੰ ਸੱਟ ਲੱਗੀ ਹੈ। ਜੇਕਰ ਉਸ ਸੱਟ ਨੂੰ ਮਹਿਸੂਸ ਨਹੀਂ ਕਰਾਂਗੇ ਤੇ ਸਾਨੂੰ ਪਤਾ ਲੱਗੇਗਾ ਕਿ ਸਾਡੇ ਸਰੀਰ 'ਤੇ ਦਰਦ ਹੋ ਰਹੀ। ਅਸੰਭਵ ਹੈ ਨਾ। ਇਸ ਤਰ੍ਹਾਂ ਸਾਧ ਸੰਗਤ ਜੀ ਉਸ ਪਰਮਾਤਮਾ ਦੀ ਹਸਤੀ ਨੂੰ ਮਹਿਸੂਸ ਕਰਨਾ ਪੈਂਦਾ ਹੈ। ਪਰ ਮਹਿਸੂਸ ਤਾਂ ਹੀ ਕਰ ਸਕਾਂਗੇ ਜੇਕਰ ਸਾਡੀ ਬਿਰਤੀ ਦੇ ਵਿੱਚ ਕੋਈ ਚੰਗਾ ਪਿਆ ਹੈ। ਹੁਣ ਇਸੇ ਤਰ੍ਹਾਂ ਸਾਧ ਸੰਗਤ ਜੀ ਉਹ ਸੰਤ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਇਹ ਪ੍ਰਸ਼ਨ ਕਰ ਰਹੇ ਹਨ, ਤੁਮ ਸਭ ਗਿਆਤਾ ਮਿਲਹਿ ਨ ਆਨੀ, ਸੁਨ ਪਦ ਦੁਤੀਆ ਕਹਿਓ ਬਖਾਨੀ। ਹੁਣ ਸਾਧ ਸੰਗਤ ਜੀ ਜਦੋਂ ਉਹਨਾਂ ਸੰਤਾਂ ਨੇ ਸਵਾਲ ਕੀਤਾ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹਨਾਂ ਸੰਤਾਂ ਦੀ ਨਿਵਰਤੀ ਲਈ ਇੱਕ ਹੋਰ ਸ਼ਬਦ ਸਾਧ ਸੰਗਤ ਜੀ ਉਚਾਰਿਆ ਹੈ। ਉਹ ਸ਼ਬਦ ਕਿਹੜਾ ਹੈ? ਰਵ ਸਸ ਦੀਪਕ ਜਾ ਕੇ ਤ੍ਰਿਭਵਨ, ਏਕਾ ਜੋਤ ਮੁਰਾਰ, ਗੁਰਮੁਖ ਹੋਏ ਸੋਹਨ ਸਨਿਰਮਲ, ਮਨ ਮੁਖ ਰਹਿਣ ਅੰਧਾਰ। ਇਸ ਸ਼ਬਦ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਗੁਰਮੁਖ ਤੇ ਮਨਮੁਖ ਦੀ ਅਵਸਥਾ ਦਾ ਸਾਧ ਸੰਗਤ ਜੀ ਵਰਣਨ ਕੀਤਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਇਸ ਸ਼ਬਦ ਦੇ ਵਿੱਚ ਪਹਿਲਾਂ ਗੁਰਮੁਖ ਦੀ ਉਦਾਹਰਣ ਦਿੱਤੀ ਹੈ ਤੇ ਬਾਅਦ ਵਿੱਚ ਸਾਧ ਸੰਗਤ ਜੀ ਜਿਹੜਾ ਮਨਮੁਖ ਹੈ ਉਹਦੀ ਬਿਰਤੀ ਦਾ ਵਰਣਨ ਕੀਤਾ ਹੈ। ਚੌਪਈ ਸੁਨਹੁ ਸੰਤ ਸ੍ਰੀ ਨਾਨਕ ਕਹੀ, ਚੰਦ ਸੂਰਜ ਮੈਂ ਜੋਤ ਜੋ ਆਈ। ਹੁਣ ਕਹਿ ਰਹੇ ਨੇ ਕਿ ਗੁਰੂ ਜੀ ਸਾਨੂੰ ਦੱਸਣਾ ਕਰੋ ਕਿ ਆਹ ਜਿਹੜਾ ਸੂਰਜ ਹੈ ਜਿਹੜਾ ਸਾਨੂੰ ਪ੍ਰਕਾਸ਼ ਦੇ ਰਿਹਾ ਹੈ, ਤੇ ਆਹ ਜਿਹੜਾ ਸੂਰਜ ਹੈ ਰਾਤ ਨੂੰ ਚਾਂਦਨੀ ਦੇ ਵਿੱਚ ਚਮਕਦਾ ਹੈ, ਇਹਦੇ ਵਿੱਚ ਪ੍ਰਕਾਸ਼ ਕਿਸ ਤਰ੍ਹਾਂ ਹੈ, ਇਹ ਚਮਕ ਕਿਸ ਤਰ੍ਹਾਂ ਰਹੇ ਨੇ, ਸਾਨੂੰ ਇਸ ਬਾਰੇ ਦੱਸਣਾ ਕਰੋ। ਦਈ ਜੋਤ ਦੀਪਕ ਜਗ ਕੀਨੇ,
तेह बिद जोत सरब घट चीने। ते गुरु नानक देव जी महाराज जी ने समझाया है कि जिमें जिहड़ा सूरज ते चंद है ना, ये रोशनी दे प्रतीक ने, ते जिमें संसार दा जिहड़ा ये दीवा है, जिमें दीवे दे नाल की है दीवा बले अंधेरा जाए। दीवा बलन दे नाल साध संगत जी रोशनी हुंदी है ना। इस तरह गुरु नानक देव जी महाराज दस रहे ने कि ये जिहड़े सूरज ते चंद ने, ये साडे संसार दे विच एक दीवे दी तरह काम कर रहे हन। ते इसे तरह की है परमात्मा दी जोत सारियां दे विच तुसीं जान लवो। तिस ते नैनन नदरी आवे, सब घट प्रभ की जोत रहावे। ते प्रभु दी जोत दे कारण ही ये सानू सारा कुछ नज़र आ रहा है। साध संगत जी सोचांगे जोत किहड़ी है, मन दे विच शंका आवेगी। पर आप आनंद साहिब दे विच रोजाना बचन पढ़ते हैं ना गुरु अमरदास जी महाराज जी का। मैं अगे भी क्या है कि गल है महसूस करन दी, गल है मनन दी। आप रोजाना पढ़ते हैं ना, ए नेत्रो मेरे हो हर तुम मैं जोत धरी। उस परमात्मा की जोत साडे नेत्रां विच है। ते साध संगत जी उस जोत दे कारण ही सानू ये सब कुछ नज़र आ रहा है। इस तरह गुरु नानक देव जी महाराज दस रहे ने कि उस परमात्मा की इस नैना दे अंदर जोत है, जिहदे कारण सानू इस संसार का जिहड़ा सारा पसारा वो नज़र आ रहा है। होए जे गुरमुख जाना है तब ही, राम कर रहे हो राम घट सब ही। पर गुरु नानक देव जी महाराज दस रहे ने कि पछाण ओ ही सकता है जिहदी बिरती गुरमुखां वाली होवेगी। ते साध संगत जी गुरु नानक देव जी महाराज कह रहे हैं कि जिहदा सुभाव गुरमुखां वाला है ना, वो कदी भी इस विचार चर्चा दे विच नहीं पवेगा। वो अपनी मस्त चाल दे विच चलदा रहेगा। क्योंकि साध संगत जी मनमुख का सुभाव हुंदा है दलीलां देणियां, ते गुरमुख अपने सुभाव दे नाल चलदा है, ते गुरु की मत नूं हमेशा मन दे विच धारण रखदा है। हुण इसे तरह गुरु नानक देव जी महाराज उन्हां संतां नूं समझा रहे ने कि जिहड़ा गुरमुख होवेगा ਉਹੀ उस परमात्मा नूं जान सकदा है। ते जानेगा कि परमात्मा सारियां दे विच रमिया होया है। क्योंकि है हजूर कत दूर बतावहु, धुंधर बांधो सुंदर पाओ। भगत कबीर जी कहते ने परमात्मा ते तुहाडे नेड़े वसदा है। गल तो महसूस करन दी है ना, क्योंकि जह जह पेखो तह हजूर दूर कतहों ना जाई। गल है महसूस करन दी। कब है ना मन मुख मुगद पछान है, सतनाम जो नहीं बखान। ते साध संगत जी गुरु नानक देव जी महाराज कह रहे ने कि जिहड़ा मन दे पिछे लगा है, अपनियां इंद्रियां दे अधीन चल रहा है, ते साध संगत जी मनमुख की संज्ञा भी यही है कि अपने मन के अधीन चलना ते गुरु की मत नूं ना मनना। इस तरह गुरु नानक देव जी महाराज कह रहे हैं कि जिहदी बिरती मन मुखां वाली है, जिहड़ा अपने मन के पिछे लग के कर्म करता है, वो परमात्मा की हस्ती नूं नहीं पछाण सकता। मोह ते मर मैं अंधे सोए, प्रभ मार्ग न जान ओए। ते साध संगत जी जिवें अन्ने नूं आपां जिन्ना मर्जी मार्ग दसी जाइए, अन्ने नूं जिन्नियां मर्जी दलीलां दई जाइए, पर जिन्ना चिर उहनूं हथ फड़ के उस मार्ग ते चलाया नहीं ना जावेगा, ते वो अन्ना साध संगत जी महसूस नहीं करेगा, सच नहीं मनेगा।
ਕਹਿੰਦੇ ਨੇ ਇਸ ਤਰ੍ਹਾਂ ਕੀ ਹੈ, ਇਹਨਾਂ ਮਨ ਮੁੱਖਾਂ ਦੀ ਜਿਹੜੀ ਬਿਰਤੀ ਹੈ ਉਹ ਉਹਨਾਂ ਅੰਨੇ ਮਨੁੱਖਾਂ ਦੀ ਤਰ੍ਹਾਂ ਹੈ ਜਿਨ੍ਹਾਂ ਨੂੰ ਕੀ ਹੈ ਆਪਣੇ ਮਾਰਗ ਦਾ ਕੋਈ ਅਸਲੀ ਪਤਾ ਨਹੀਂ। ਸੁਨ ਕਰ ਸੰਤ ਗਿਰਾ ਪੁਨ ਪ੍ਰਾਹੀ, ਅੰਧੇ ਪਏ ਨੈਣ ਜਿਨ ਨਾਈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸੰਤ ਜੀ, ਜਿਹੜਾ ਮਨੁੱਖ ਅੰਨਾ ਹੈ ਨਾ, ਜਿਹਦੀਆਂ ਅੱਖਾਂ ਦੇ ਵਿੱਚ ਜੋਤ ਨਹੀਂ, ਜਿਨ੍ਹਾਂ ਨੂੰ ਅੱਖਾਂ ਤੋਂ ਦਿਖਦਾ ਨਹੀਂ, ਉਹ ਕੀ ਨੇ? ਅੰਨੇ ਨੇ। ਤੇ ਇਸੇ ਤਰ੍ਹਾਂ ਕੀ ਹੈ, ਅੱਗੇ ਉਦਾਹਰਨ ਦੇ ਰਹੇ ਨੇ। ਚੰਦ ਸੂਰਜ ਨ ਦੇਖੈ ਸੋਏ, ਚਾਖੂ ਹੋਆ ਪਿਖੇ ਭਲੇ ਸਭ ਕੋਏ। ਤੇ ਉਹ ਅੰਨੇ ਮਨੁੱਖ ਜਿਹੜੇ ਮਨ ਮੁੱਖਾਂ ਦੀ ਬਿਰਤੀ ਵਾਲੇ ਨੇ, ਉਹ ਪਰਮਾਤਮਾ ਨੂੰ ਨਹੀਂ ਤੱਕ ਸਕਦੇ, ਭਾਵ ਕਿ ਪਰਮਾਤਮਾ ਦੀ ਜਿਹੜੀ ਕੁਦਰਤ ਹੈ ਉਹਨੂੰ ਨਹੀਂ ਤੱਕ ਸਕਦੇ, ਕਿਉਂਕਿ ਤੂੰ ਅਚਰਜ ਕੁਦਰਤ ਤੇਰੀ ਬਿਸਮਾ। ਸਾਧ ਸੰਗਤ ਜੀ, ਪਰਮਾਤਮਾ ਦੇ ਰੂਪ ਅਚਰਜ ਨੇ। ਪਰਮਾਤਮਾ ਦਾ ਜਿਹੜਾ ਖੇਲ ਹੈ ਉਹ ਅਚਰਜ ਹੈ। ਤੇ ਸਾਧ ਸੰਗਤ ਜੀ, ਮਹਿਸੂਸ ਕੌਣ ਕਰਦਾ ਏ? ਨਾਨਕ ਸੇਖੜੀਆਂ ਬਿਆਨ, ਜਿਨੀ ਡਿਸੰਦੋ ਮਾ ਪੇਰੇ। ਤੇ ਸਾਧ ਸੰਗਤ ਜੀ, ਕੋਈ ਵਿਰਲਾ ਹੀ ਹੈ ਉਸ ਪਰਮਾਤਮਾ ਦੀ ਹਸਤੀ ਨੂੰ ਮਹਿਸੂਸ ਕਰ ਸਕਦਾ ਹੈ। ਤਿੰਨ ਲੋਚਨ ਕੀ ਜੋਤ ਜੇ ਆਹੀ, ਸੋ ਕਹੀਐ ਸੁਨ ਕਰ ਗੁਰ ਪ੍ਰਾਹੀ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹਨਾਂ ਦੇ ਸਵਾਲ ਦੀ ਨਿਵਰਤੀ ਕਰਨ ਲਈ ਜਦੋਂ ਤੀਸਰਾ ਸਵਾਲ ਸਾਧ ਸੰਗਤ ਜੀ ਕੀਤਾ ਹੈ ਨਾ ਉਹਨਾਂ ਸੰਤਾਂ ਨੇ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਫਿਰ ਇੱਕ ਸ਼ਬਦ ਉਚਾਰਿਆ। ਸ਼ਬਦ ਕਿਹੜਾ ਹੈ? ਸਿੱਧ ਸਮਾਦ ਕਰੇ ਨਿਤ ਚਗਰਾ, ਦੋ ਲੋਚਨ ਕਿਆ ਹੇਰੈ, ਅੰਤਰ ਜੋਤ ਸ਼ਬਦ ਤੁਨ ਜਾਗੈ, ਸਤ ਗੁਰ ਚਗਰਨ ਵੇਰੈ। ਇੱਥੇ ਉਸ ਪਰਮਾਤਮਾ ਦੀ ਉਸਤਤ ਕੀਤੀ। ਉਸ ਪਰਮਾਤਮਾ ਦੀ ਉਦਾਹਰਨ ਦੇ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾ ਰਹੇ ਹਨ। ਚਾਉ ਪਈ ਆਗੈ ਸਦਾ ਚਗਰ ਏ ਭਇਓ, ਸਿੱਧ ਸਾਧ ਸਭ ਨੈ ਕੀਓ। ਤੇ ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸ ਰਹੇ ਨੇ ਕਿ ਜਿਹੜੇ ਦੁਨੀਆ ਦੇ ਵਿੱਚ ਸਿੱਧ ਹੋਏ ਨੇ ਉਹਨਾਂ ਦਾ ਵੀ ਇਹੋ ਝਗੜਾ ਰਿਹਾ ਹੈ। ਉਹ ਵੀ ਇਸੇ ਜਿਹੜੇ ਕਨਸੈਪਟ ਦੇ ਉੱਪਰ ਕੀ ਹੈ ਡਿਬੇਟ ਕਰਦੇ ਹਨ। ਨੇਤਰਨ ਬਿਖੈ ਚਾਮਕ ਪਾਨੀ, ਸਭ ਜਾਨਤ ਇਹ ਬਾਤ ਨਿਸ਼ਾਨੀ। ਤੇ ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਦਾਹਰਣ ਦਿੱਤੀ ਹੈ। ਤੇ ਉਦਾਹਰਣ ਵੀ ਕਿਸ ਤਰ੍ਹਾਂ ਦੀ ਦਿੱਤੀ ਹੈ? ਕਹਿ ਰਹੇ ਨੇ ਕਿ ਸਾਰਿਆਂ ਨੂੰ ਪਤਾ ਹੈ ਕਿ ਅੱਖ ਦੇ ਵਿੱਚ ਪਾਣੀ ਹੈ ਜਾਂ ਮਾਸ। ਹੁਣ ਸਾਧ ਸੰਗਤ ਜੀ, ਆਪਾਂ ਸਾਰਿਆਂ ਨੂੰ ਪਤਾ ਹੈ ਨਾ ਅੱਖ ਦੇ ਵਿੱਚ ਮਾਸ ਹੈ। ਜੇਕਰ ਪਾਣੀ ਹੋਵੇ ਤੇ ਸਾਧ ਸੰਗਤ ਜੀ ਆਪਾਂ ਨੂੰ ਦਿਖੇਗਾ ਨਹੀਂ। ਆਪਾਂ ਸਾਰਿਆਂ ਨੂੰ ਪਤਾ ਹੈ ਕਿ ਸਾਡੀਆਂ ਅੱਖਾਂ ਦੇ ਵਿੱਚ ਮਾਸ ਹੈ, ਜਿਹਦੇ ਕਾਰਨ ਸਾਨੂੰ ਦਿਖਾਈ ਦੇ ਰਿਹਾ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹ ਉਦਾਹਰਣ ਦਿੱਤੀ ਹੈ। ਇਨ ਮੈਂ ਦੇਖਤ ਵਸਤੂ ਸੋ ਕਿਆ ਹੈ, ਆਗੇ ਇਉਂ ਹੀ ਚਗਰ ਕਿਆ ਹੈ। ਤੇ ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਕਿ ਇਹਦੇ 'ਚ ਝਗੜਾ ਕੋਈ ਨਹੀਂ। ਇਸ ਵਿੱਚ ਉਹ ਕਿਹੜੀ ਚੀਜ਼ ਹੈ ਜਿਹਦੇ ਨਾਲ ਉਹ ਦੇਖਦੇ ਹਨ, ਕਿਉਂਕਿ ਇਹ ਪ੍ਰਮਾਤਮਾ ਨੇ ਅੱਖਾਂ ਸਾਰੇ ਜਿਹੜੇ ਮਨੁੱਖੀ ਜੀਵ ਨੇ, ਪਸ਼ੂ ਪਕਸ਼ੀ ਨੇ, ਜੀਵ ਜੰਤੂ ਨੇ, ਜਾਨਵਰ ਨੇ, ਉਹਨਾਂ ਸਾਰਿਆਂ ਨੂੰ ਪ੍ਰਦਾਨ ਕੀਤੀਆਂ ਹਨ। ਸਤਿਗੁਰ ਬਿਨਾ ਨ ਜਾਣਤ ਕੋਈ,
ਅੰਤਰ ਅਵਸਥ ਪਿਖਤ ਹੈ ਜੋਈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਕਿ ਆਪਣੇ ਸੱਚ ਨੂੰ ਪਛਾਣਨ ਦੀ ਜਿਹੜੀ ਬਿਰਤੀ ਹੈ ਨਾ, ਉਹ ਸੱਚੇ ਸਤਿਗੁਰੂ ਤੋਂ ਬਿਨਾਂ ਕੋਈ ਨਹੀਂ ਰੱਖਦਾ। ਤੇ ਮਨੁੱਖ ਨੂੰ ਕੀ ਹੈ, ਜੇਕਰ ਪ੍ਰਮਾਤਮਾ ਦੀ ਕਿਰਪਾ ਹੋਵੇ, ਪ੍ਰਮਾਤਮਾ ਦਾ ਗਿਆਨ ਹੋਵੇ, ਤੇ ਉਹ ਪ੍ਰਮਾਤਮਾ ਦੇ ਗਿਆਨ ਨਾਲ ਹੀ ਉਸ ਹਸਤੀ ਨੂੰ ਕੀ ਹੈ, ਦੇਖ ਸਕਦਾ ਹੈ, ਭਾਵ ਕਿ ਮਹਿਸੂਸ ਕਰ ਸਕਦਾ ਹੈ। ਅੰਤਰ ਉਰ ਕਾ ਜਾਗਤ ਜੋਤੀ, ਤਬ ਅੰਤਰ ਇਸ ਕੀ ਸੁਧ ਹੋਤੀ। ਤੇ ਜੇਕਰ ਪ੍ਰਭੂ ਪਰਮਾਤਮਾ ਦੀ ਜੋਤ ਹਿਰਦੇ ਰੂਪੀ ਘਰ ਦੇ ਵਿੱਚ ਸਾਧ ਸੰਗਤ ਜੀ ਮਨੁੱਖ ਤੇ ਜਗ ਜਾਵੇ ਨਾ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਹਨੇਰੇ ਦੇ ਵਿੱਚ ਫਸਿਆ ਹੋਇਆ ਜਿਹੜਾ ਮਨੁੱਖ ਦਾ ਮਨ ਹੈ, ਜਿਹਦੇ ਤੇ ਕੋਈ ਚਾਨਣ ਨਹੀਂ, ਪਰ ਜੇਕਰ ਪ੍ਰਮਾਤਮਾ ਦੀ ਕਿਰਪਾ ਹੋਵੇ ਤੇ ਜੇਕਰ ਉਹ ਦੀਪਕ ਜਲ ਜਾਵੇ ਤਾਂ ਇਹ ਸਾਰੀਆਂ ਜਿਹੜੀਆਂ ਸ਼ੰਕਾਵਾਂ ਨੇ ਉਹ ਦੂਰ ਹੋ ਜਾਂਦੀਆਂ ਹਨ। ਸਤਿਗੁਰ ਸ਼ਬਦ ਕਮਾਵਣ ਕਰਹਿ, ਪੁਨ ਧੁਨ ਸੁਨਹਿ ਦਸਵ ਜੋ ਦਰਹਿ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਦੱਸਿਆ ਹੈ ਕਿ ਸਰੀਰ ਦੇ ਜੋ 9 ਦਰਵਾਜ਼ੇ ਨੇ ਉਹ ਪ੍ਰਤੱਖ ਨੇ, ਜਿਹਦੇ ਵਿੱਚ ਸਾਧ ਸੰਗਤ ਜੀ ਆਪਣੀਆਂ ਕਰਮ ਇੰਦਰੀਆਂ ਨੇ, ਗਿਆਨ ਇੰਦਰੀਆਂ ਨੇ, ਜਾਂ ਸਾਧ ਸੰਗਤ ਜੀ ਜਿਨ੍ਹਾਂ ਦੇ ਨਾਲ ਆਪਾਂ ਦੇਖਦੇ ਹਾਂ, ਜਾਂ ਜਿਨ੍ਹਾਂ ਦੇ ਨਾਲ ਆਪਣਾ ਕੋਈ ਕਰਮ ਕਰਦੇ ਹਾਂ, ਜਿਨ੍ਹਾਂ ਦੇ ਨਾਲ ਸਾਨੂੰ ਵਸਤੂ ਦੀ ਕੋਈ ਮਹਿਸੂਸ ਹੁੰਦਾ ਹੈ, ਭਾਵ ਕਿ ਵਸਤੂ ਦੀ ਹਸਤੀ ਬਾਰੇ ਪਤਾ ਲੱਗਦਾ ਹੈ, ਦੁਨੀਆ ਦੇ ਸਵਾਦਾਂ ਬਾਰੇ ਪਤਾ ਲੱਗਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਉਹ 9 ਦੁਆਰੇ ਪ੍ਰਗਟ ਨੇ, ਕਿਉਂਕਿ 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ। 9 ਤਾਂ ਸਾਨੂੰ ਪ੍ਰਤੱਖ ਦਿਸਦੇ ਨੇ, ਪਰ 10ਵਾਂ ਕਿਵੇਂ ਦਿਖੇਗਾ? ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਕਿ ਜਿਹੜਾ ਉਸ ਪਰਮਾਤਮਾ ਦੇ ਸਿਮਰਨ ਦੇ ਵਿੱਚ ਚਿੱਤ ਜੋੜਦਾ ਹੈ ਨਾ, ਉਹਨੂੰ ਫਿਰ ਉਸ 10ਵਾਂ ਜਿਹੜਾ ਦੁਆਰ ਹੈ ਉਹਦੀ ਸੋਝੀ ਹੋ ਜਾਂਦੀ ਹੈ। ਸ੍ਰੀ ਸਤਿਗੁਰ ਇਹ ਚਗਰਨ ਬੇਰ, ਔਰ ਨ ਜਾਣ ਕੋ ਨਾਹੀ ਰੇ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜਿੰਨਾ ਮਰਜੀ ਕੋਈ ਵੇਖ ਲਵੇ, ਪਰ ਗੁਰੂ ਜਿਹੜਾ ਉਹ ਸਮਰੱਥ ਹੈ, ਗੁਰੂ ਨੇ ਇਹ ਝਗੜਾ ਹੀ ਨਿਬੇੜਿਆ ਏ, ਤੇ ਉਸ ਤੋਂ ਬਿਨਾਂ ਉਸ 10ਵੇਂ ਦੁਆਰ ਨੂੰ ਕੋਈ ਵੀ ਨਹੀਂ ਜਾਣ ਸਕਦਾ। ਸਭ ਇੰਦਰੀਆ ਕਿਰਿਆ ਜੋ ਕਰਹਿ, ਪਰਮ ਜੋਤ ਕਹਿਵੈ ਅਨੁਸਰਹਿ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਕਿ ਇਹ ਜੋ ਸਾਨੂੰ ਇੰਦਰੀਆਂ ਪ੍ਰਮਾਤਮਾ ਨੇ ਦਿੱਤੀਆਂ ਨੇ ਨਾ, ਇਹ ਉਸ ਪ੍ਰਭੂ ਦੀ ਜੋਤ ਨੇ, ਭਾਵ ਕਿ ਉਸ ਪ੍ਰਮਾਤਮਾ ਦੀ ਬਖਸ਼ਿਸ਼ ਹੈ। ਸੋ ਤੁਮ ਖੋਜੋ ਅੰਤਰ ਦੇਹੀ, ਪਾਇ ਲਿਹੋ ਗਏ ਸੁਧ ਹਾਜੇ। ਤੇ ਹੁਣ ਸੰਤਾਂ ਨੂੰ ਆਖਿਆ ਏ ਕਿ ਤੁਸੀਂ ਆਪਣੇ ਹਿਰਦੇ ਦੇ ਅੰਦਰ ਝਾਤ ਮਾਰੋ ਤੇ ਉਸ ਪਰਮਾਤਮਾ ਦੀ ਹਸਤੀ ਬਾਰੇ ਗਿਆਨ ਕਰਨਾ ਕਰੋ। ਕਿਉਂਕਿ ਆਪਾਂ ਬਚਨ ਪੜ੍ਹਦੇ ਆ ਨਾ, ਜੋ ਬ੍ਰਹਮੰਡ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਹੁਣ ਕੋਈ ਚੀਜ਼ ਸਾਧ ਸੰਗਤ ਜੀ ਆਪਾਂ ਪ੍ਰਾਪਤ ਕਰਨੀ ਹੋਵੇ, ਆਪਾਂ ਨੂੰ ਬਿਨਾਂ ਲੱਭਿਆਂ ਤੇ ਕੋਈ ਚੀਜ਼ ਮਿਲਦੀ ਨਹੀਂ। ਹਾਂ, ਜੇ ਟਿਕਾਣੇ ਤੇ ਰੱਖੀ ਹੋਵੇਗੀ ਫਿਰ ਆਪਾਂ ਲੱਭ ਸਕਦੇ ਹਾਂ, ਸਾਨੂੰ ਮਿਲ ਸਕਦੀ ਹੈ। ਪਰ ਸਾਧ ਸੰਗਤ ਜੀ ਜਿਹੜੀ ਚੀਜ਼ ਨੂੰ ਆਪਾਂ ਪ੍ਰਾਪਤ ਕਰਨਾ ਹੋਵੇ, ਸਭ ਤੋਂ ਪਹਿਲਾਂ ਉਸ ਚੀਜ਼ ਨੂੰ ਘੋਖਣਾ ਪੈਂਦਾ ਹੈ, ਉਸ ਬਾਰੇ ਵੇਖਣਾ ਪੈਂਦਾ ਹੈ ਤੇ ਲੱਭਣਾ ਪੈਂਦਾ ਹੈ ਉਹਨੂੰ। ਤੇ ਸਾਧ ਸੰਗਤ ਜੀ ਜੇਕਰ ਆਪਾਂ ਉਹਨੂੰ ਭਾਲਦੇ ਹਾਂ ਤੇ ਸਾਨੂੰ ਉਹ ਵਸਤ ਪ੍ਰਾਪਤ ਹੁੰਦੀ ਹੈ। ਹੁਣ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ, ਜੋ ਖੋਜੈ ਸੋ ਪਾਵੇ। ਹੁਣ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਸੰਤਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਆਪਣੇ ਹਿਰਦੇ ਦੇ ਵਿੱਚ ਉਸ ਪਰਮਾਤਮਾ ਨੂੰ ਖੋਜਣਾ ਕਰੋ।
सुन कै संत हरख उर धर कै पुन बूजन के बचन उचार के। ਹੁਣ ਸੰਤਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜਦੋਂ ਇਹ ਬਚਨ ਸੁਣੇ ਨੇ ਨਾ, ਤੇ ਹਿਰਦੇ ਦੇ ਵਿੱਚ ਬਹੁਤ ਖੁਸ਼ ਹੋਏ ਨੇ। ਤੇ ਸਾਧ ਸੰਗਤ ਜੀ ਹੁਣ ਫੇਰ ਕੀ ਹੈ, ਜਦੋਂ ਇਹ ਵੀ ਨਿਵਰਤੀ ਕਰ ਦਿੱਤੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ, ਤੇ ਸਾਧ ਸੰਗਤ ਜੀ ਕੀ ਵਾਪਰਿਆ। ਸੰਤਾਂ ਨੇ ਇੱਕ ਹੋਰ ਸਵਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪੁੱਛਿਆ ਹੈ। ਏਕ ਓੰਕਾਰ ਪ੍ਰਭੂ ਕਰਤਾਰਾ ਕਿਹ ਬਿਦ ਮਿਲ ਹੈ ਜੇ ਹੋਆ ਨਿਸਤਾਰਾ। ਤੇ ਕਹਿਣ ਲੱਗੇ ਨੇ ਪਰਮਾਤਮਾ ਕਿਸ ਤਰ੍ਹਾਂ ਮਿਲਦਾ ਏ, ਪਰਮਾਤਮਾ ਪ੍ਰਾਪਤ ਕਿਵੇਂ ਹੁੰਦਾ ਏ, ਤੇ ਉਦਾਰ ਕਿਸ ਤਰ੍ਹਾਂ ਹੋ ਸਕਦਾ ਸਾਡੀ ਜ਼ਿੰਦਗੀ ਦਾ। ਇਹ ਬਚਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਉਹਨਾਂ ਸੰਤਾਂ ਨੇ ਕੀਤਾ ਹੈ। ਕੌਣ ਜਤਨ ਸੋ ਪਾਇਆ ਜਾਈ ਸੋ ਸੁਧ ਦੇਹੁ ਹਮਕੋ ਸਮਝਾਈ। ਤੇ ਕਹਿ ਰਹੇ ਨੇ ਕਿ ਕਿਹੜੀ ਜੁਗਤ ਹੈ, ਕਿਹੜਾ ਉਹ ਤਰੀਕਾ ਏ ਜਿਹਦੇ ਨਾਲ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ। ਹੁਣ ਜਿਵੇਂ ਸਾਧ ਸੰਗਤ ਜੀ ਦੁੱਧ ਦੇ ਵਿੱਚ ਮੱਖਣ ਹੈ, ਦੁੱਧ ਦੇ ਵਿੱਚ ਦਹੀਂ ਹੈ, ਦੁੱਧ ਦੇ ਵਿੱਚ ਹੀ ਪਨੀਰ ਹੈ, ਪਰ ਗੱਲ ਹੈ ਆਪਾਂ ਨੂੰ ਪਹਿਲਾਂ ਕੀ ਹੈ, ਉਸ ਪਦਾਰਥ ਨੂੰ ਪ੍ਰਾਪਤ ਕਰਨ ਲਈ ਤਸ਼ੱਦਦ ਕਰਨੀ ਪਵੇਗੀ। ਜੇਕਰ ਉਸ ਪ੍ਰਾਪਤ ਨੂੰ ਸਾਧ ਸੰਗਤ ਜੀ ਉਸ ਵਸਤੂ ਨੂੰ ਆਪਾਂ ਪ੍ਰਾਪਤ ਕਰਨੇ ਚਾਹੁੰਦੇ ਹਾਂ ਨਾ, ਤੇ ਜੇਕਰ ਦੁੱਧ ਦੇ ਵਿੱਚੋਂ ਦਹੀਂ ਪ੍ਰਾਪਤ ਕਰਨਾ ਹੈ ਤਾਂ ਪਹਿਲਾਂ ਸਾਧ ਸੰਗਤ ਜੀ ਜਾਗ ਲਾਉਣੀ ਪਵੇਗੀ। ਤੇ ਜੇਕਰ ਜਾਗ ਹੀ ਨਾ ਲਾਵਾਂਗੇ ਤੇ ਕਵਾਂਗੇ ਵੀ ਆਪਾਂ ਦਹੀਂ ਪ੍ਰਾਪਤ ਕਰ ਲਈਏ, ਹੋਵੇਗਾ ਕਦੀ ਨਹੀਂ। ਜੇਕਰ ਜਾਗ ਲਾਵਾਂਗੇ ਤੇ ਸਾਨੂੰ ਦਹੀਂ ਪ੍ਰਾਪਤ ਹੋਵੇਗਾ। ਤੇ ਸਾਧ ਸੰਗਤ ਜੀ ਜੇ ਆਪਾਂ ਕੀ ਹੈ ਉਹਦੇ ਵਿੱਚੋਂ ਮੱਖਣ ਕੱਢਣਾ ਹੈ ਤੇ ਸਾਨੂੰ ਪਹਿਲਾਂ ਰਿੜਕਣਾ ਪਵੇਗਾ, ਫੇਰ ਹੀ ਸਾਨੂੰ ਮੱਖਣ ਪ੍ਰਾਪਤ ਹੋਵੇਗਾ। ਯਤਨ ਕਰਨਾ ਪੈਂਦਾ ਹੈ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਕੀ ਕਹਿ ਰਹੇ ਨੇ, ਕਹਿੰਦੇ ਨੇ ਕਿ ਯਤਨ ਕਰਨੇ ਪੈਂਦੇ ਨੇ, ਯਤਨਾਂ ਦੇ ਨਾਲ ਉਹ ਪ੍ਰਮਾਤਮਾ ਜਿਹੜਾ ਸਾਨੂੰ ਪ੍ਰਾਪਤ ਹੋ ਜਾਂਦਾ ਹੈ। ਸ੍ਰੀ ਨਾਨਕ ਪੁਨ ਕੀਨ ਅਲਾਵਣ ਪੂਰਨ ਕੀਨੋ ਸ਼ਬਦ ਸੁਹਾਵਨ। ਤੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸੁੰਦਰ ਸ਼ਬਦ ਉਚਾਰਨ ਕੀਤਾ ਹੈ। ਤੇ ਆਖਰੀ ਸ਼ਬਦ ਹੈ ਜਿਹਦੇ ਨਾਲ ਸੰਤਾਂ ਦਾ ਹੁਣ ਜਿਹੜਾ ਪ੍ਰਸ਼ਨ ਹੈ, ਭਾਵ ਕਿ ਸੰਤਾਂ ਦੇ ਮਨ ਦੇ ਵਿੱਚ ਜਿਹੜਾ ਭਰਮ ਹੈ ਉਹ ਸਾਰਾ ਦੂਰ ਹੋ ਜਾਵੇਗਾ। ਉਹ ਸ਼ਬਦ ਕਿਹੜਾ ਏ, ਸੁਰ ਨਰ ਨਾਥ ਬੇਅੰਤ ਅਜੋਨੀ ਸਚ ਮਹਿਲ ਅਪਾਰ ਨਾਨਕ ਸਹਿਜ ਮਿਲੇ ਜਗ ਜੀਵਨ ਨਦਰ ਕਰਹੁ ਨਿਸਤਾਰਾ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਦੋਂ ਇਹ ਬਚਨ ਸੰਤਾਂ ਦੇ ਨਾਲ ਕੀਤੇ ਨੇ, ਅਜਿਹੇ ਬਚਨ ਸਾਧ ਸੰਗਤ ਜੀ ਜਦੋਂ ਕੀਤੇ ਨੇ, ਇਹਦੀ ਸਾਰੀ ਵਿਆਖਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਮਝਾਈ ਹੈ। ਦੋਹਰਾ ਬੇਸ਼ੁਮਾਰ ਸੁਰ ਨਰਨ ਪਤਾ ਮੰਦਰ ਜਾਹੇ ਅਪਾਰ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਕਿ ਜਗਤ ਦੇ ਵਿੱਚ ਜਿਹੜੇ ਸੁਰ ਨੇ ਜਾਂ ਰਾਜੇ ਨੇ ਜਾਂ ਜਿੰਨੇ ਵੀ ਦੇਵਤੇ ਹੋਏ ਨੇ, ਉਹਨਾਂ ਦਾ ਜਿਹੜਾ ਸਾਰਿਆਂ ਦਾ ਰਾਜਾ ਉਹ ਪ੍ਰਭੂ ਹੈ। ਤੇ ਜਿਹੜਾ ਕੀ ਹੈ ਆਪਣੀ ਹਸਤੀ ਦੇ ਕਰਕੇ ਬੇਅੰਤ ਹੈ, ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਸਹਜ ਪਾਏ ਸੋ ਮਿਲਤ ਹੈ ਤੇ ਨਦਰੀ ਨਿਸਤਾਰ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪਰਮਾਤਮਾ ਮਿਲਦਾ ਕਿਵੇਂ ਹੈ। ਪਰਮਾਤਮਾ ਮਿਲਦਾ ਏ ਸਹਿਜ ਸੁਭਾਅ ਦੇ ਨਾਲ। ਤੇ ਜਦੋਂ ਸਹਿਜ ਸੁਭਾਅ ਦੇ ਨਾਲ ਮਿਲਦਾ ਏ ਤੇ ਜਦੋਂ ਕਿਰਪਾ ਹੁੰਦੀ ਹੈ ਤੇ ਉਹ ਪਰਮਾਤਮਾ ਦਾ ਜਿਹੜਾ ਸਾਧ ਸੰਗਤ ਜੀ ਮਨ ਦੇ ਵਿੱਚ ਆਸਰਾ ਤੱਕਦਾ ਏ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਉਹਦੀ ਮੁਕਤੀ ਹੋ ਜਾਂਦੀ ਹੈ।
ਚਾਉ ਪਈ ਸੰਤਨ ਸੁਨ ਕਰ ਬਚਨ ਇਸ ਭਾਂਤੀ ਨਸਿਓ ਪਰਮ ਉਪਜੇ ਮਨ ਸ਼ਾਂਤੀ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜਦੋਂ ਇਹ ਬਚਨ ਸੁਨੇ ਨੇ ਨਾ, ਸਾਰੀ ਜਿਹੜੀ ਮਨ ਦੀ ਸ਼ੰਕਾ ਹੈ ਨਾ ਸਾਧ ਸੰਗਤ ਜੀ ਉਹ ਦੂਰ ਹੋ ਗਈ। ਸਾਰੇ ਜਿਹੜੇ ਸ਼ੰਕੇ ਨੇ ਉਹ ਸਾਧ ਸੰਗਤ ਜੀ ਨਿਵਰਤ ਕਰ ਦਿੱਤੇ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹਨਾਂ ਸੰਤਾਂ ਦੇ ਹਾਥ ਜੋਰ ਪਰ ਬੰਦਨ ਕਰਹਿ ਬਾਰ ਬਾਰ ਬੋ ਬਿਨਾ ਉਚਰਹਿ। ਤੇ ਬਾਰ ਬਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਰਹੇ ਨੇ। ਤੇ ਹੱਥ ਜੋੜ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਗੇ ਬੇਨਤੀ ਕਰ ਰਹੇ ਨੇ। ਤੇ ਸਾਧ ਸੰਗਤ ਜੀ ਬਾਰ ਬਾਰ ਕੀ ਹੈ ਉਸੇ ਕਾਰਜ ਨੂੰ ਕਰਦੇ ਹੋਏ ਨਿਮਰਤਾ ਦੇ ਘਰ ਦੇ ਵਿੱਚ ਆ ਕਰਕੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਝੁਕਾਇਆ ਉਹਨਾਂ ਸੰਤਾਂ ਨੇ। ਤੁਮ ਪਰਮੇਸ਼ਰ ਕੋ ਅਵਤਾਰਾ ਨਰਨ ਉਦਾਰਨ ਕੋ ਤਨ ਧਾਰਾ। ਤੇ ਸਾਧ ਸੰਗਤ ਜੀ ਆਪਾਂ ਭੱਟਾਂ ਦਾ ਬਚਨ ਪੜ੍ਹਦੇ ਆ ਨਾ ਕਿ ਜੋਤ ਰੂਪ ਹਰ ਆਪ ਗੁਰ ਨਾਨਕ ਕਹਾਇਓ। ਤੇ ਸਾਧ ਸੰਗਤ ਜੀ ਆਪਾਂ ਵੀ ਪੜ੍ਹਦੇ ਆ ਨਾ ਬਲਿਓ ਚਿਰਾਗ ਅੰਧਿਆਰ ਮਹੇ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹੇ ਜਨ ਨਾਨਕ ਗੁਰ ਪਾਰ ਬ੍ਰਹਮ। ਸਾਧ ਸੰਗਤ ਜੀ ਪ੍ਰਮਾਤਮਾ ਦਾ ਸਰੂਪ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ। ਉਸ ਪ੍ਰਮਾਤਮਾ ਦੀ ਕੀ ਸੀ ਜੋਤ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ। ਹੁਣ ਇਸੇ ਤਰ੍ਹਾਂ ਕੀ ਹੈ ਜਦੋਂ ਉਹਨਾਂ ਸੰਤਾਂ ਦੀ ਨਿਵਰਤੀ ਕੀਤੀ ਹੈ ਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੇ ਬਚਨਾਂ ਦੇ ਨਾਲ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਣੀ ਪੈ ਰਹੇ ਨੇ ਤੇ ਕਹਿ ਰਹੇ ਨੇ ਤੁਸੀਂ ਤਾਂ ਪਰਮੇਸ਼ਰ ਦਾ ਸਵਰੂਪ ਹੋ, ਪਰਮੇਸ਼ਰ ਦੇ ਅਵਤਾਰ ਹੋ ਤੇ ਲੋਕਾਂ ਦਾ ਉਧਾਰ ਕਰਨ ਲਈ ਇਸ ਜਗਤ ਦੇ ਵਿੱਚ ਆਏ ਹੋ। ਹਮਕੋ ਦੂਜੀ ਨਾਹੀ ਥਾਓ ਕਰਹੁ ਮੁਕਤ ਦੇ ਆਪਣਾ ਨਾਉ। ਹੁਣ ਸਾਡੇ ਪਾਸ ਕੋਈ ਦੂਸਰੀ ਥਾਂ ਨਹੀਂ ਜਿਹਦੇ ਪਾਸ ਜਾ ਕੇ ਅਸੀਂ ਮੁਕਤ ਹੋ ਸਕੀਏ। ਕਿਰਪਾ ਕਰੋ ਆਪਣਾ ਨਾਮ ਸਾਨੂੰ ਬਖਸ਼ਿਸ਼ ਕਰਕੇ ਤੇ ਮੁਕਤੀ ਦੀ ਦਾਤ ਹੈ ਜਿਹੜੀ ਉਹ ਦੇਣੀ ਕਰੋ। ਬਹੁ ਦਿਨ ਹਮ ਪਰਮਤ ਜਗ ਫਿਰੇ ਆਬ ਨਿਸਚੇ ਕਰ ਤੁਮ ਗੁਰ ਕਰੇ। ਤੇ ਕਹਿਣ ਲੱਗੇ ਨੇ ਕਿ ਗੁਰੂ ਜੀ ਬਹੁਤਾ ਸਮਾਂ ਹੋ ਗਿਆ ਸੀ ਸਾਨੂੰ ਇਹਨਾਂ ਭਰਮਾਂ ਜਲਾਂ ਦੇ ਵਿੱਚ ਪਿਆ ਹੋਇਆ, ਇਹਨਾਂ ਭਰਮਾਂ ਦੇ ਵਿੱਚ ਭਟਕਦਿਆਂ ਹੋਇਆ, ਤੇ ਹੁਣ ਅਸੀਂ ਸ਼ਰਧਾ ਧਾਰਨ ਕਰ ਲਈ ਹੈ ਤੁਹਾਡੇ ਪ੍ਰਤੀ ਤੇ ਤੁਹਾਨੂੰ ਅਸੀਂ ਆਪਣਾ ਗੁਰੂ ਮੰਨ ਲਿਆ ਹੈ। ਸ਼ਰਨ ਪਰੇ ਕੀ ਰੱਖੋ ਸੁਆਮੀ ਹਮ ਸਦੇਵ ਤੁਮਰੇ ਅਨੁਗਾਮੀ। ਤੇ ਗੁਰੂ ਜੀ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ ਤੇ ਕਿਰਪਾ ਕਰਕੇ ਸਾਡੇ ਤੇ ਮਿਹਰਮਤ ਕਰੋ, ਸਾਡੀ ਸ਼ਰਨ ਦੇ ਵਿੱਚ ਆਇਆਂ ਦੀ ਲੱਜਿਆ ਰੱਖਣੀ ਕਰੋ। ਦੋਹਰਾ ਸ਼੍ਰੀ ਨਾਨਕ ਤਿਨ ਪ੍ਰਤ ਕਹਿਓ ਧਰ ਸ਼ਰਦਾ ਦਿਨ ਰੈਨ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਾਧ ਸੰਗਤ ਜੀ ਉਹਨਾਂ ਸੰਤਾਂ ਨੂੰ ਕਿਹਾ ਹੈ ਕਿ ਹਿਰਦੇ ਦੇ ਵਿੱਚ ਸ਼ਰਧਾ ਰੱਖ ਕੇ ਕੀ ਕਰਨਾ ਹੈ। ਵਾਹਿਗੁਰੂ ਸਿਮਰਨ ਕਰਹੁ ਹੋਵਹੁ ਮੋਖ ਸੁਖੈਨ। ਤੇ ਸਦਾ ਉਸ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਸਿਮਰਨਾ ਹੈ। ਤੇ ਜੇਕਰ ਵਾਹਿਗੁਰੂ ਦਾ ਪ੍ਰਮਾਤਮਾ ਦਾ ਨਾਮ ਤੁਸੀਂ ਸਿਮਰੋਗੇ ਤੇ ਤੁਹਾਨੂੰ ਦੁਨੀਆ ਦੇ ਸੁੱਖ ਤਾਂ ਪ੍ਰਾਪਤ ਹੋਣਗੇ, ਪਰ ਜਿਹੜੀ ਸੰਸਾਰਿਕ ਮੁਕਤੀ ਹੈ ਉਹ ਵੀ ਤੁਹਾਨੂੰ ਪ੍ਰਾਪਤ ਹੋ ਜਾਵੇਗੀ ਗੁਰੂ ਕਿਰਪਾ ਦੇ ਨਾਲ। ਚਾਉ ਪਈ ਇਸ ਪ੍ਰਕਾਰ ਤਿਨ ਦੇ ਉਪਦੇਸ਼ਾ
कीन गमन आगे जगतेशा। इस तरह गुरु नानक देव जी महाराज उन्हां संतां दा साध संगत जी अपने बचनां दे नाल उधार करके अगे तुर पए हन। तिन संतन कर हृदय उमंगा, श्री सतगुर के गमने संगा। ते सासन जी उन्हां संतां ने गुरु नानक देव जी महाराज जी दे प्रति इन्ना विश्वास मन दे विच धारिया है, इन्ना प्रपक्क गुरु नानक देव जी महाराज जी नूं मन्निया है कि सासन जी उन्हां संतां दे कोलों रिहा नहीं गया। ते जिथे गुरु नानक देव जी महाराज जी ते भाई मरदाना जी अगे चले ने, वो संतां दी टोली भी गुरु नानक देव जी महाराज जी दे नाल चल पई है। मार्ग बिखा जात गुण खानी, कहन लगे मुझ सो असबानी। हुण भाई बाला जी गुरु अंगद देव जी महाराज जी नूं दस रहे ने, कह रहे ने गुरु जी जदों असी राह दे विच जा रहे सी ना, ते धन गुरु नानक देव जी महाराज जिहड़े गुणां दे खजाने ने, वो मैनू अचानक ही इस प्रकार कहन लगे हन। लालो है बहु मीत हमारा, चल हो मिले अब ताहे संगारा। ते बाला दस रहा है गुरु अंगद देव जी महाराज जी नूं। बाला कह रहा है कि गुरु नानक देव जी महाराज जी ने मैनू सहज सुभा किया है कि बालिया लाला साडा गूढ़ा मित्र है, भाव के लालो दे नाल साडी गूढ़ी यारी है, ते क्यों ना वो जिहड़ा साडा संगी है उन्हों जाके मिलना करिए। बहुत दिवस बीते तेह देखे, नगर ऐमनाबाद विशेखे। हुण साध संगत जी नगर ऐमनाबाद दे विच वो जिहड़ा लालो रहिंदा सी ना, उन्हों मिलिया बहुत दिन गुरु नानक देव जी महाराज जी नूं हो गए ने। कह बच गमनत गुरु अगारी, हम फकीर सब चलने पछारी। ते भाई लालो जी दस रहे ने कि गुरु जी ने इन्ने बचन कहे ने, ते आप तो गुरु नानक देव जी महाराज अगे अगे चल पे ने, ते असी भी फिर की कीता, गुरु नानक देव जी महाराज जी दे पिछे पिछे जाना कीता। मंद मंद गत सुंदर पारी, बिगसत बोलत करत विचारी। ते भाई बाला जी दस रहे ने कि गुरु नानक देव जी महाराज बहुत सोहनी चाल चलते ने, बहुत सोहने ढंग तरीके दे नाल चल रहे ने। ते चलते चलते की है हसद्या होया मुख तो बचन कर रहे हैं। बिन श्रम सरब पंद को शोरी, दीनानाथ गए ते ठौरी। ते भाई बाला जी दस रहे ने कि मुख तो इन्ने सोहने बचन गुरु नानक देव जी महाराज उचार रहे ने कि बिना थकावट तो ही पता ही नहीं लगा कि कद असी अपना सफ़र जिहड़ा वो तय कर लिया है। नगर ऐमनाबाद पहुँचे, बैठे वर सथल पिख ऊचे। ते गुरु नानक देव जी महाराज ऐमनाबाद के नगर दे विच पहुँचे ने। ते साध संगत जी ऐमनाबाद दे विच उच्ची थां वेखी है, ते उच्ची थां वेख के गुरु नानक देव जी महाराज उस स्थान ते बैठ गए हन। चाहो दिश सोहित भये फकीरा, बीच बिराज गुणी गहेरा। ते साध संगत जी चारे पासे संत बैठे हुए ने। ते कवि जी लिखते ने कि उन्हां संतां दा झुंड इन्ना है
ਉਹਨਾਂ ਸੰਤਾਂ ਦੇ ਝੁੰਡ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਵਿਚਕਾਰ ਬੈਠੇ ਹੋਏ ਹਨ। ਰੋੜਨ ਕੋ ਚੌਤਰਾ ਬਣਾਇਓ, ऊपर बैठ गयो सुखदायो। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉੱਥੇ ਸਾਧ ਸੰਗਤ ਜੀ ਰੋੜਾਂ ਦਾ ਇੱਕ ਚੌਤਰਾ ਬਣਾਇਆ ਹੈ ਤੇ ਰੋੜਾਂ ਦਾ ਚੌਤਰਾ ਬਣਾ ਕੇ ਤੇ ਉਸ ਸਥਾਨ ਤੇ ਬੈਠ ਗਏ ਹਨ। ਆਬਲਾ ਰੋੜੀ ਨਾਮ ਕਹਾਵੇ, ਮਨ ਬਾਛਤ ਦਰਸ਼ਨ ਫਲ ਪਾਵੇ। ਤੇ ਸਾਧ ਸੰਗਤ ਜੀ ਅੱਜ ਵੀ ਉਹ ਅਸਥਾਨ ਐਮਨਾਬਾਦ ਦੇ ਵਿੱਚ ਸੁਭਾਏਮਾਨ ਹੈ ਰੋੜੀ ਸਾਹਿਬ ਦੇ ਨਾਂ ਦੇ ਨਾਲ। ਤੇ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਉਹ ਐਸਾ ਅਸਥਾਨ ਹੈ, ਕਵੀ ਜੀ ਲਿਖਦੇ ਨੇ ਕਿ ਭੈ ਭਾਵਨਾ ਦੇ ਨਾਲ ਜਾ ਕਰਕੇ ਜਿਹੜਾ ਵੀ ਉਸ ਅਸਥਾਨ ਦੇ ਦਰਸ਼ਨ ਕਰਦਾ ਏ ਉਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਖੁਸ਼ੀਆਂ ਤਾਂ ਪ੍ਰਾਪਤ ਹੁੰਦੀਆਂ ਨੇ, ਪਰ ਜਿਹੜੇ ਸੁੱਖ ਨੇ ਉਹ ਵੀ ਪ੍ਰਾਪਤ ਹੁੰਦੇ। ਸਾਧ ਸੰਗਤ ਜੀ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ। ਜਿਹੜੇ ਸਵਾਲ ਉਹਨਾਂ ਸੰਤਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਕੀਤੇ ਨੇ, ਉਹਨਾਂ ਦੀ ਨਿਵਰਤੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੀ ਸੁਰਤ ਦੇ ਨਾਲ ਤੇ ਪਰਮਾਤਮਾ ਦੇ ਆਸਰੇ ਦੇ ਨਾਲ ਉਹਨਾਂ ਸੰਤਾਂ ਦੀ ਨਿਵਰਤੀ ਕਰਤੀ। ਅੱਗੇ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਧ ਸੰਗਤ ਜੀ ਜਿੱਥੇ ਬਾਬਰ ਦਾ ਹਮਲਾ ਹੈ, ਕੱਲ੍ਹ ਦੇ ਪ੍ਰਸੰਗ ਦੇ ਸਾਧ ਸੰਗਤ ਜੀ ਆਪਾਂ ਸਰਵਣ ਕਰਾਂਗੇ ਉਹ ਸਾਰਾ ਪ੍ਰਸੰਗ। ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਅਸਥਾਨ ਤੇ ਪਹੁੰਚੇ ਨੇ ਇਹਨਾਂ ਸੰਤਾਂ ਦਾ ਉਧਾਰ ਕਰਕੇ। ਤੇ ਸਾਧ ਸੰਗਤ ਜੀ ਆਓ ਆਪਾਂ ਵੀ 2 ਘੜੀ ਉਸ ਪਰਮਾਤਮਾ ਦਾ ਨਾਮ ਜਪੀਏ ਤੇ ਉੱਚੀ ਆਵਾਜ਼ ਦੇ ਵਿੱਚ ਪੜ੍ਹਨਾ ਹੈ। ਆਏ ਪ੍ਰਭ ਸਰਨਾਗਤੀ, ਆਏ ਪ੍ਰਭ ਸਰਨਾਗਤੀ, ਆਏ ਪ੍ਰਭ ਸਰਨਾਗਤੀ, ਆਏ ਪ੍ਰਭ ਸਰਨਾਗਤੀ। ਕਿਰਪਾ ਨਿਧ ਦਇਆਲ, ਕਿਰਪਾ ਨਿਧ ਦਇਆਲ, ਕਿਰਪਾ ਨਿਧ ਦਇਆਲ, ਕਿਰਪਾ ਨਿਧ ਦਇਆਲ। ਕਿਰਪਾ ਨਿਧ ਦਇਆਲ, ਕਿਰਪਾ ਨਿਧ ਦਇਆਲ। ਆਏ ਪ੍ਰਭ ਸਰਨਾਗਤੀ, ਆਏ ਪ੍ਰਭ ਸਰਨਾਗਤੀ। ਆਏ ਪ੍ਰਭ ਸਰਨਾਗਤੀ, ਆਏ ਪ੍ਰਭ ਸਰਨਾਗਤੀ। ਸਾਧ ਸੰਗਤ ਜੀ ਬੇਨਤੀ ਕੀ ਕਰਨੀ ਅਗਲੇ ਸ਼ਬਦ ਦੇ ਵਿੱਚ, ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ। ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ। ਪਰਿਆ ਤੋ ਸਰਨਾਏ, ਪਰਿਆ ਤੋ ਸਰਨਾਏ।
नानक की प्रभ बेनती, नानक की प्रभ बेनती। अपनी भगति लाए, अपनी भगति लाए। अपनी भगति लाए, अपनी भगति लाए। अपनी भगति लाए, अपनी भगति लाए। आए प्रभ शरणागति, आए प्रभ शरणागति। आए प्रभ शरणागति। वाहिगुरु जी का खालसा, वाहिगुरु जी की फतेह।